1.5 ਦਹਾਕਾ ਤੁਹਾਨੂੰ ਪੜਾਉਂਦਿਆਂ ਨੂੰ ਹੋ ਗਿਆ, ਫਿਰ ਇੱਕਦਮ ਇਹ ਕੀ ਕਹੀਏ ਵੀ ਰਾਜਨੀਤੀ ਵੱਲ ਇੱਕਦਮ ਪਿਤਾ ਦੀ ਵਿਰਾਸਤ ਸੰਭਾਲਣੀ ਆ ਅੱਗੇ। ਵਿਰਾਸਤ ਤਾਂ ਜੀ ਮੇਰਾ ਖਿਆਲ ਹੈ ਬੜੇ ਅਮੀਰ ਲੋਕਾਂ ਦੀ ਹੁੰਦੀ ਹੈ, ਅਸੀਂ ਤਾਂ ਬੜੇ ਸਧਾਰਨ ਜਿਹੇ ਲੋਕ ਆ, ਨੌਕਰੀਆਂ ਮਿਲ ਗਈਆਂ ਉਹਦੇ 'ਚ ਬੜੇ ਰਾਜੀ ਸੀ। ਘੜੂੰਆਂ ਸਾਹਿਬ ਨੇ ਲੋਕਾਂ ਦੀ ਵਿਰਾਸਤ ਤਾਂ ਕਾਇਮ ਕੀਤੀ ਹੈ ਨਾ। ਇਸ ਗੱਲ ਤੋਂ ਬਖੂਬੀ ਵਾਕਫ ਨੇ ਕਿ ਕੋਈ ਇਹ ਨਹੀਂ ਕਹਿ ਸਕਦਾ ਵੀ ਮੰਤਰੀ ਜੀ ਨੇ ਆਪਣਾ ਕੰਮ ਕਰਾਉਣ ਦਾ ਮੇਰੇ ਤੋਂ ਇੱਕ ਚਾਹ ਦਾ ਕੱਪ ਵੀ ਪੀਤਾ। ਭਾਜਪਾ ਵਾਲੇ ਸਤਪਾਲ ਜੈਨ ਨੂੰ ਵੀ ਦੇਖਿਆ ਹੋਣਾ, ਹੁਣ ਵੀ ਚਲੋ ਭਾਜਪਾ ਦੇ ਹੱਥ 'ਚ ਹੀ ਹੈਗੀ ਹੈ ਸੀਟ। ਇਹਨਾਂ ਦੀ ਪਰਫਾਰਮੈਂਸ, ਇਹਨਾਂ ਨੇ ਕੋਈ ਲੋਕ ਹਿੱਤ 'ਚ ਲੋਕ ਸੇਵਾ 'ਚ ਕੀਤਾ ਕੁਝ? ਮੈਂ ਤਿੰਨਾਂ ਦੇ ਨਾਮ ਲੈ ਰਿਹਾ, ਕਿਰਨ ਖੇਰ ਦਾ, ਪਵਨ ਬੰਸਲ ਦਾ, ਸਤਪਾਲ ਜੈਨ ਦਾ। ਮੈਂ ਤਾਂ ਸਿਰਫ ਆਪਣੀ ਗੱਲ ਕਰ ਸਕਦੀ। ਵੋਟ ਤਾਂ ਪਾਈ ਹੋਣੀ ਚੰਡੀਗੜ੍ਹ 'ਚ? ਅੱਜ ਚੰਡੀਗੜ੍ਹ ਤੁਸੀਂ ਪਾਈ ਹੋਣੀ ਨਾ ਵੋਟ ਆਪਣੀ, ਇਹਨਾਂ ਤਿੰਨਾਂ 'ਚੋਂ ਵੀ ਕਿਸੇ ਨੂੰ ਪਾਈ ਹੋਣੀ। ਮੈਂ ਆਪਣੀ ਗੱਲ ਜਾਂ ਕਹਾਂ ਵੀ ਕਾਂਗਰਸੀ ਪਰਿਵਾਰ ਨਾਲ ਜੁੜੇ ਰਹੇ ਪਿਤਾ ਜੀ ਨੇ ਕਾਂਗਰਸ ਨੂੰ ਪਾਉਂਦੇ ਸੀ ਹਮੇਸ਼ਾ। ਵਧੀਆ ਇੰਸਟੀਚਿਊਟ ਨੇ, ਕਹਿੰਦਾ ਵਧੀਆ ਸਿੱਖਿਆ ਮਿਲ ਜੂਗੀ, ਵਧੀਆ ਬੱਚਾ ਪੜ੍ਹ ਲਿਖ ਜਾਏਗਾ। ਹਰ ਮਾਪੇ ਸੋਚ ਕੇ ਆਉਂਦੇ ਨੇ, ਮੁੜ ਕੇ ਜਿਹਦਾ ਜਿੱਥੇ ਵਾਹ ਲੱਗਿਆ, ਕੋਈ ਦਿੱਲੀ ਵੱਲ ਚੱਲ ਗਿਆ, ਕੋਈ ਸੱਤ ਸਮੁੰਦਰ ਪਾਰ ਚੱਲ ਗਿਆ, ਆਪਣਾ ਨਹੀਂ ਕੋਈ ਨਹੀਂ ਸਮਝ ਰਿਹਾ। ਇਹੀ ਦਾ ਦੁੱਖ ਨਹੀਂ, ਤਰਾਸਦੀ ਨਹੀਂ। ਮੈਂ ਆਪਣੇ ਆਪ ਨੂੰ ਦੇਖੋ ਚੰਡੀਗੜ੍ਹ ਦੀ ਧੀ ਕਹਿ ਰਹੀ। ਚੰਡੀਗੜ੍ਹ ਦੀ ਤਰਾਸਦੀ ਇਹੀ ਹੈ, ਅਸੀਂ ਸਾਰੀ ਉਮਰ ਤਾਂ ਚੰਡੀਗੜ੍ਹ 'ਚ ਰਹੇ, ਅਸੀਂ ਚੰਡੀਗੜ੍ਹ ਦਾ ਖਾਧਾ, ਕਿਉਂ ਚੰਡੀਗੜ੍ਹ ਸਾਡਾ ਨਹੀਂ? ਤੇ ਕਿਉਂ ਅਸੀਂ ਚੰਡੀਗੜ੍ਹ ਦੇ ਨਹੀਂ? ਕਿਉਂ ਫਿਰ ਅਸੀਂ ਮੁੜ ਕੇ ਪੰਜਾਬ ਦੇ ਆ, ਕੋਈ ਹਰਿਆਣੇ ਦਾ, ਕੋਈ ਹਿਮਾਚਲ ਦਾ? ਬਿਲਕੁਲ ਅਸੀਂ ਆਪਣੀਆਂ ਜੜ੍ਹਾਂ ਕਿਸੇ ਨੂੰ ਨਹੀਂ ਭੁੱਲਣੀਆਂ ਚਾਹੀਦੀਆਂ ਜਿੱਥੋਂ ਉੱਠ ਕੇ ਆਏ ਹਾਂ। ਮੈਂ ਜੋ ਆਪਣੀ ਸ਼ਖਸੀਅਤ ਦੀ ਗੱਲ ਕਰਾਂ, ਜੇ ਮੈਨੂੰ ਲੋਕੀ ਸਪੋਰਟ ਕਰਦੇ ਨੇ, ਜੇ ਮੈਂ ਅੱਗੇ ਆਉਣੀ ਆ, ਮੈਂ ਇਹ ਕਹਿ ਸਕਦੀ ਹਾਂ ਜੀ ਅੱਜ ਚੰਡੀਗੜ੍ਹ ਨੂੰ ਲੋੜ ਹੈ ਜਿਹੜਾ ਚੰਡੀਗੜ੍ਹ ਲਈ 24 ਘੰਟੇ ਕੰਮ ਕਰ ਸਕੇ। ਅੰਦਰ ਇੱਕ ਅੱਗ ਹੋਣੀ ਚਾਹੀਦੀ, ਇੱਕ ਭਾਂਬੜ ਬਣਨਾ ਚਾਹੀਦਾ ਕਿ ਮੈਂ ਆਪਣੇ ਸ਼ਹਿਰ ਲਈ ਕੁਝ ਕਰਾਂ। ਚੰਡੀਗੜ੍ਹ ਮੇਰਾ, ਕਿਉਂਕਿ ਜੜ੍ਹਾਂ ਜਿਹੜੀਆਂ ਹਰਨੇਕ ਸਿੰਘ ਜੀ ਦੀਆਂ ਉਹ ਵੀ ਛੋਟੀਆਂ ਨਹੀਂ, ਬਹੁਤ ਲੰਬੀਆਂ ਹੈਗੀਆਂ ਨੇ, ਦਿੱਲੀ ਤੱਕ ਤਾਂ ਪਾਰ ਕਰਦੀਆਂ ਨੇ। ਕਈ ਗੱਲਾਂ ਸਮੇਂ ਦੀ ਕੁੱਖ 'ਚ ਪਈਆਂ ਰਹਿਣ ਤਾਂ ਉਹ ਬਿਹਤਰ ਨੇ। ਹੁਣ ਲੋਕਾਂ 'ਚ ਵਿਚਰਨਾ ਸ਼ੁਰੂ ਕੀਤਾ, ਕਿੱਦਾਂ ਦਾ ਲੋਕਾਂ ਦਾ ਉਹ ਪਿਆਰ ਹੈ? ਬਹੁਤ ਵਧੀਆ ਰਿਸਪੌਂਸ ਹੈ ਜੀ ਲੋਕਾਂ 'ਚ। ਮੈਂ ਤਾਂ ਜਿੱਥੇ ਜਾਂਦੀ ਹਾਂ ਐਡਾ ਮਤਲਬ ਖੁੱਲੀਆਂ ਬਾਹਾਂ ਨਾਲ ਇੰਨਾ ਨਿੱਘ ਮੈਨੂੰ ਮਹਿਸੂਸ ਹੁੰਦਾ ਹੈ। ਜਿਹਦੀ ਵਿਜ਼ਨ ਸਿਰਫ ਚੰਡੀਗੜ੍ਹ ਹੋਏ, ਜਿਹੜਾ ਨਾ ਪੰਜਾਬੀ ਹੈ, ਨਾ ਹਿੰਦੀ ਹੈ, ਨਾ ਹਰਿਆਣਵੀ ਹੈ, ਨਾ ਹਿਮਾਚਲੀ ਹੈ, ਮੈਂ ਚੰਡੀਗੜ੍ਹ ਦੀ ਧੀ ਹਾਂ। ਪੰਜਾਬ ਨੂੰ ਕਿਸ ਨਜ਼ਰ ਨਾਲ ਕਿੰਨਾ ਕੁ ਤਰੱਕੀ ਹੋਈ, ਕਿੰਨਾ ਕੁ ਅੱਗੇ ਵਧਿਆ? ਤੁਹਾਡੇ ਪੇਸ਼ੇ ਦੀ ਗੱਲ ਕਰੀਏ, ਡਾਕਟਰਾਂ ਦੀਆਂ ਜਾਂ ਪ੍ਰੋਫੈਸਰਾਂ ਦੀਆਂ, ਤੁਹਾਡੀਆਂ ਡਾਕਟਰੇਟ ਦੀ ਕਿੰਨੀ ਕੁ ਸੁਣੀ ਜਾਂਦੀ ਹੈ? ਦੇਖੋ ਜੀ ਪੰਜਾਬ ਤੇ ਕੋਈ ਟਿੱਪਣੀ ਕਰਨਾ ਬਣਦਾ ਨਹੀਂ। ਧੀ ਤਾਂ ਹੋ ਪੰਜਾਬ ਦੀ, ਤੁਹਾਡਾ ਸੂਬਾ ਤਾਂ ਹੈ। ਮੇਰਾ ਸੂਬਾ ਹੈ, ਪਰ ਮੈਨੂੰ ਇਹ ਲੱਗਦਾ ਕਿ ਪੰਜਾਬ ਦਾ ਜਿਹੜਾ ਯੂਥ ਹੈ ਇਸ ਟਾਈਮ, ਹਾਂ, ਪੰਜਾਬ ਦਾ ਜਿਹੜਾ ਯੂਥ ਹੈ ਉਹ ਡਾਇਰੈਕਸ਼ਨਲੈਸ ਹੋ ਚੁੱਕਿਆ। BA ਦੀ ਡਿਗਰੀ ਆਉਣ ਨਾਲ, MA ਦੀ ਡਿਗਰੀ ਆਉਣ ਨਾਲ ਕੀ ਸਾਨੂੰ ਮਤਲਬ ਕੋਈ ਲਹਿਦੇ ਖੰਭ ਲੱਗ ਗਏ? ਕੀ ਹੋ ਗਿਆ? ਕਿਉਂ ਅਸੀਂ ਆਪਣੇ ਸੂਬੇ ਨੂੰ ਛੱਡ ਕੇ? ਸਾਡੇ ਗੁਰੂ ਸਾਹਿਬਾਨ ਸਾਨੂੰ ਇੱਕ ਸੇਧ ਦੇ ਕੇ ਗਏ ਕਿ ਤੁਸੀਂ ਪੰਜਾਬ ਹੋ, ਸਾਨੂੰ ਸਿੰਘ ਸਜਾਇਆ, ਤੇ ਸਾਡੇ 'ਚ ਨਸ਼ੇ ਕਿੱਥੋਂ ਆ ਕੇ ਵੜ ਗਏ? ਸੋ ਗੱਲ ਕਰੀਏ ਤਾਂ ਲੋਕ ਸਭਾ ਚੋਣਾਂ 2024 ਦਾ ਸ਼ੰਖਨਾਦ ਹੋ ਚੁੱਕਿਆ। ਆਪੋ ਆਪਣੇ ਤੌਰ ਤੇ, ਆਪੋ ਆਪਣੇ ਪੱਧਰ ਤੇ ਕਿਸੇ ਵੀ ਉਮੀਦਵਾਰ ਨੇ ਜੇ ਖੜਾ ਹੋਣਾ ਹੈ ਤਾਂ ਜਨ ਸੰਪਰਕ ਉਹਨੇ ਸ਼ੁਰੂ ਕਰ ਦਿੱਤਾ ਹੈ। ਚੰਡੀਗੜ੍ਹ ਦੀ ਗੱਲ ਕਰੀਏ ਤਾਂ ਹਾਲੇ ਤੱਕ ਗੱਲਾਂ ਕੀ ਉੱਠ ਰਹੀਆਂ ਨੇ ਕਿ ਜੇਕਰ ਕਾਂਗਰਸ 'ਚ ਕਿਸੇ ਨੂੰ ਟਿਕਟ ਮਿਲੀ ਤਾਂ ਸ਼ਾਇਦ ਮਨੀਸ਼ ਤਿਵਾਰੀ ਆਏਗਾ ਜਾਂ ਪਵਨ ਬੰਸਲ ਦਾ ਮੁੰਡਾ ਮਨੀਸ਼ ਬੰਸਲ ਆ ਜਾਏਗਾ। ਭਾਜਪਾ ਦੀ ਗੱਲ ਕਰ ਲਈਏ ਤਾਂ ਕਿਰਨ ਖੇਰ ਕਹਿ ਚੁੱਕੀ ਹੈ ਮੇਰੀ ਤਬੀਅਤ ਠੀਕ ਨਹੀਂ ਰਹਿੰਦੀ, ਮੈਂ ਚੋਣ ਨਹੀਂ ਲੜਾਂਗੀ, ਤੇ ਚੰਡੀਗੜ੍ਹ ਯੂਨੀਵਰਸਿਟੀ ਵਾਲੇ ਸਤਨਾਮ ਸੰਧੂ ਦਾ ਨਾਮ ਬੜੇ ਜ਼ੋਰਾਂ ਤੇ ਚੱਲ ਰਿਹਾ ਹੈ। ਆਪ ਦੀ ਗੱਲ ਕਰੀਏ, ਆਪ ਕੋਲ ਕੋਈ ਪੱਕਾ ਉਮੀਦਵਾਰ ਇੱਥੇ ਹੈ ਨਹੀਂ ਹਾਲੇ ਤੱਕ। ਅਕਸਰ ਉਹਨਾਂ ਦੇ ਜਿਵੇਂ ਗੱਲ ਕਰਦੇ ਕਿ ਪੈਰਾਸ਼ੂਟ ਹੈ, ਇੱਧਰ ਉੱਧਰੋਂ ਕਿਸੇ ਨੂੰ ਤੋੜ ਕੇ ਲਿਆਉਣਗੇ ਤੇ ਖੜਾ ਕਰ ਦੇਣਗੇ। ਪਰ ਜੇਕਰ ਸੰਧੂ ਭਾਜਪਾ ਵਾਲੇ ਫਾਈਨਲ ਹੋ ਗਏ ਤਾਂ ਐਤਕੀ ਇੱਕ ਹੋਰ ਸੰਧੂ ਨੂੰ ਟੱਕਰ ਦੇਗਾ। ਇਹ ਸੰਧੂ ਬੀਬੀ ਹੋਏਗੀ। ਚੰਡੀਗੜ੍ਹ ਦੀ ਆਪਾਂ ਗੱਲ ਕਰ ਰਹੇ ਹਾਂ, ਸਿਟੀ ਬਿਊਟੀਫੁਲ ਦੀ। ਆਜ਼ਾਦ ਤੌਰ ਤੇ ਮੈਦਾਨ 'ਚ ਜਾਂਦੇ ਨੇ, ਕੋਈ ਪਾਰਟੀ ਇਹਨਾਂ ਨੂੰ ਆਪਣਾ ਕੋਈ ਨਾਲ ਲੈ ਕੇ ਚੱਲਦੀ ਹੈ ਜਾਂ ਨਹੀਂ ਚੱਲਦੀ, ਤੇ ਇਹ ਬੀਬੀ ਸੰਧੂ ਹੈ ਕੌਣ ਹੈ ਮੈਨੂੰ ਸਾਰੀ ਜਾਣਕਾਰੀ ਹੈ, ਪਰ ਤੁਹਾਨੂੰ ਸੁਣ ਕੇ ਹੈਰਾਨ ਹੋਏਗੀ ਜਦੋਂ ਇਹ ਬੀਬੀ ਆਪਣਾ ਪਿਛੋਕੜ ਦੱਸੇਗੀ। ਸੋ ਗੱਲਬਾਤ ਕਰਦੇ ਹਾਂ। ਸੋ ਡਾਕਟਰ ਸੰਦੀਪ ਸੰਧੂ, ਬਹੁਤ ਬਹੁਤ ਸਵਾਗਤ ਹੈ ਜੀ, ਸਾਡੇ ਨਾਲ ਗੱਲਬਾਤ ਕਰ ਰਹੇ ਹੋ। ਹਾਲਾਂਕਿ ਮੈਂ ਤੁਹਾਡੇ ਬਾਰੇ ਸਾਰਾ ਕੁਝ ਜਾਣਦਾ, ਤੇ ਫਿਰ ਵੀ ਤੁਸੀਂ ਆਪਣੇ ਮੂੰਹੋਂ ਦੱਸੋ ਵੀ ਇਹ ਪੰਜਾਬ ਦੀ ਕੁੜੀ ਹੈ ਜੀ, ਮੋਹਾਲੀ ਦੀ ਹੈ, ਸਾਡੇ ਮੋਹਾਲੀ ਜ਼ਿਲ੍ਹੇ ਨਾਲ ਸੰਬੰਧ ਹੈ, ਤੇ ਘੜੂੰਆਂ ਪਿੰਡ ਜੇ ਤੁਹਾਡੇ ਜ਼ਿਹਨ 'ਚ ਆ ਜਾਏਗਾ ਤਾਂ ਜ਼ਰੂਰ ਤੁਸੀਂ ਸਮਝ ਜਾਓਗੇ ਕਿ ਇਹਨਾਂ ਦੀ ਕੁੜੀ ਹੈ। ਘੜੂੰਏ ਨਾਲ ਕੀ ਰਿਸ਼ਤਾ ਜੀ ਤੁਹਾਡਾ? ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਚੈਨਲ ਦੇ ਸਾਰੇ ਸਰੋਤਿਆਂ ਨੂੰ, ਮੇਰਾ ਨਾਮ ਜੀ ਡਾਕਟਰ ਸੰਦੀਪ ਸੰਧੂ। ਘੜੂੰਏ ਪਿੰਡ ਨਾਲ ਮੇਰਾ ਜਿਹੜਾ ਪਿਛੋਕੜ ਹੈਗਾ, ਮੇਰੇ ਫਾਦਰ ਸਾਹਿਬ ਸਰਦਾਰ ਹਰਨੇਕ ਸਿੰਘ ਘੜੂੰਆਂ, ਉਹਨਾਂ ਦੀ ਮੈਂ ਬੇਟੀ ਹਾਂ ਜੀ। ਸਰਦਾਰ ਹਰਚਰਨ ਸਿੰਘ ਬਰਾੜ ਦੀ ਮਿਨਿਸਟਰੀ 'ਚ ਵਜ਼ੀਰ ਰਹੇ। ਬਿਲਕੁਲ ਠੀਕ। ਜਿਹੜੇ ਟਾਈਮਾਂ 'ਚ ਕੋਈ ਇਲੈਕਸ਼ਨ ਲੜਨ ਨੂੰ ਤਿਆਰ ਨਹੀਂ ਸੀ, ਆਤੰਕਵਾਦ ਦਾ ਸਮਾਂ ਸੀ, ਹਾਲਾਤ ਪੰਜਾਬ ਦੇ ਇੰਨੇ ਮਾੜੇ ਸੀ, ਤਾਂ ਆਪਣੀ ਜਾਨਾਂ ਤੇ ਖੇਡ ਕੇ ਜਿਹੜੀ ਇਲੈਕਸ਼ਨ ਲੋਕਾਂ ਨੇ ਲੜੀ 1992 ਦੀ, ਉਹ ਇਲੈਕਸ਼ਨ ਲੜੇ, ਜਿੱਤੇ, MLA ਬਣੇ, ਮੰਤਰੀ ਰਹੇ। ਬਹੁਤ ਸਧਾਰਨ ਪਰਿਵਾਰ ਤੋਂ ਮੇਰਾ ਸੰਬੰਧ ਹੈ ਜੀ।
ਜਿਹੜੇ ਲੋਕ ਮੇਰੇ ਪਿਤਾ ਜੀ ਨੂੰ ਜਾਣਦੇ ਨੇ ਉਹ ਸਾਰੇ ਜਾਣਦੇ ਨੇ ਕਿ ਕਿੱਦਾਂ ਦਾ ਜੀਵਨ ਅਸੀਂ ਬਤੀਤ ਕੀਤਾ। ਬਹੁਤ ਹੀ ਸਾਦੀ ਜ਼ਿੰਦਗੀ, ਡਾਊਨ ਟੂ ਅਰਥ ਹਮੇਸ਼ਾ ਅਸੀਂ ਰਹੇ। ਸਾਰੀ ਉਮਰ ਅਸੀਂ ਕਿਰਾਏ ਦੇ ਘਰਾਂ 'ਚ ਕੱਢੀ। ਪੂਰੇ ਚੰਡੀਗੜ੍ਹ 'ਚ ਕੋਈ ਸੈਕਟਰ ਨਹੀਂ ਹੈਗਾ ਜਿੱਥੇ ਅਸੀਂ ਕਿਰਾਏ ਤੇ ਨਹੀਂ ਗਏ। ਅੱਛਾ, ਇਹ ਵੀ ਰਿਕਾਰਡ ਹੈ? ਇਹ ਵੀ ਰਿਕਾਰਡ ਹੈ ਜੀ। ਠੀਕ ਹੈ। ਅਸੀਂ ਕੋਈ ਮਤਲਬ 20-25 ਘਰ ਬਦਲਤੇ ਕਿਉਂਕਿ ਸਾਲ ਕੁ ਬਾਅਦ ਹਰ ਕੋਈ ਸਾਡਾ ਸਮਾਨ ਚੁਕਾ ਦਿੰਦਾ ਸੀਗਾ ਕਿ ਹੁਣ ਅੱਗੇ ਚੱਲੋ। ਠੀਕ ਹੈ। ਤੇ ਸਧਾਰਨ ਪਰਿਵਾਰ ਜੀ, ਚੰਡੀਗੜ੍ਹ ਦੀ ਜੰਮਪਲ, ਚੰਡੀਗੜ੍ਹ ਦੀ ਪੜ੍ਹਾਈ, ਚੰਡੀਗੜ੍ਹ ਦੇ 20 ਮਾਡਲ ਦੇ ਸਰਕਾਰੀ ਸਕੂਲ 'ਚ ਪੜ੍ਹਾਈ ਕੀਤੀ। ਉਸ ਤੋਂ ਬਾਅਦ ਚੰਡੀਗੜ੍ਹ ਦੇ ਹੀ ਕਾਲਜ 'ਚ ਪੜ੍ਹੀ। ਦੈਨ ਐਮਏ ਪਬਲਿਕ ਐਡਮਿਨਿਸਟ੍ਰੇਸ਼ਨ 'ਚ ਪੰਜਾਬ ਯੂਨੀਵਰਸਿਟੀ 'ਚ ਦਾਖਲਾ ਹੋਇਆ ਜੀ। ਪਰਮਾਤਮਾ ਦੀ ਵਾਹਿਗੁਰੂ ਦੀ ਉਸ ਦੀ ਬਹੁਤ ਮਿਹਰ ਹੈ ਜੀ। ਯੂਨੀਵਰਸਿਟੀ ਦੀ 골ਡ ਮੈਡਲਿਸਟ, ਪੂਰੇ ਪੰਜਾਬ 'ਚੋਂ ਚੰਡੀਗੜ੍ਹ 'ਚੋਂ ਮੈਂ ਯੂਨੀਵਰਸਿਟੀ 'ਚੋਂ ਟੌਪ ਕੀਤਾ ਜੀ। ਬਿਲਕੁਲ। ਤੇ ਫਿਰ ਐਲਐਲਬੀ 'ਚ ਮੇਰਾ ਐਡਮਿਸ਼ਨ ਹੋਇਆ ਜੀ ਪੰਜਾਬ ਯੂਨੀਵਰਸਿਟੀ 'ਚ। ਵਕਾਲਤ ਵਾਲੇ ਪਾਸੇ ਵੀ ਗਏ? ਵਕਾਲਤ ਵਾਲੇ ਪਾਸੇ ਨਹੀਂ, ਵਕਾਲਤ ਕੀਤੀ ਨਹੀਂ ਜੀ, ਪੜ੍ਹਾਈ ਕੀਤੀ। ਡਿਗਰੀ ਲੈ ਲਈ? ਡਿਗਰੀ ਲਿੱਤੀ, ਐਲਐਲਬੀ ਕੀਤੀ, ਉਹਦੇ 'ਚ ਵੀ ਟੌਪਰ। ਦੈਨ ਫਿਰ ਐਲਐਲਐਮ ਕੀਤੀ ਜੀ। ਅੱਛਾ। ਫਿਰ ਉਸ ਤੋਂ ਬਾਅਦ ਐਲਐਲਐਮ ਤੋਂ ਬਾਅਦ ਯੂਜੀਸੀ ਨੈਟ ਸਾਡਾ ਇੱਕ ਟੈਸਟ ਹੁੰਦਾ ਹੈ ਨੈਸ਼ਨਲ ਲੈਵਲ ਦਾ, ਉਹ ਕਲੀਅਰ ਕੀਤਾ ਵਿਦ ਜੇਆਰਐਫ ਸਕਾਲਰਸ਼ਿਪ ਦੇ ਨਾਲ ਕਲੀਅਰ ਕੀਤਾ। ਠੀਕ ਹੈ। ਤੇ ਉਸ ਤੋਂ ਬਾਅਦ ਫਿਰ ਪੀਐਚਡੀ ਦੀ ਸ਼ੁਰੂਆਤ ਇਨ ਬਿਟਵੀਨ 2008 ਚ ਐਜ਼ ਅ ਅਸਿਸਟੈਂਟ ਪ੍ਰੋਫੈਸਰ ਡੀਏਵੀ 10 ਦੇ ਕਾਲਜ 'ਚ ਮੈਂ ਪੜਾਉਣਾ ਸ਼ੁਰੂ ਕੀਤਾ। ਪਬਲਿਕ ਐਡਮਿਨਿਸਟ੍ਰੇਸ਼ਨ ਮੇਰਾ ਸਬਜੈਕਟ ਰਿਹਾ ਜੀ। ਤੇ ਕੋਈ 10 ਕੁ ਸਾਲ ਉੱਥੇ ਪੜ੍ਹਾ ਕੇ ਫਿਰ ਮੈਂ ਐਜ਼ ਅ ਹੈਡ ਆਫ ਦਾ ਡਿਪਾਰਟਮੈਂਟ ਸ਼੍ਰੀ ਗੁਰੂ ਗੋਬਿੰਦ ਸਿੰਘ ਕਾਲਜ 'ਚ ਐਚਓਡੀ ਪਬਲਿਕ ਐਡਮਿਨਿਸਟ੍ਰੇਸ਼ਨ ਜੁਆਇਨ ਕੀਤਾ। ਖਾਲਸਾ ਕਾਲਜ 26 ਸੈਕਟਰ ਕਹਿੰਦੇ ਜਿਹਨੂੰ ਆਪਾਂ। ਸੈਕਟਰ 'ਚ ਕੋਇਡ ਵਾਲੇ ਕਾਲਜ 'ਚ ਜੀ। ਅੱਜ ਕੱਲ ਉੱਥੇ ਹੀ ਸੇਵਾਵਾਂ ਬਾਬਾ ਜੀ ਦੀ ਮਿਹਰ ਹੈ ਜੀ, ਮੈਂ ਉੱਥੇ ਹੀ ਸੇਵਾਵਾਂ ਦੇ ਰਹੀ ਹਾਂ। ਮੈਨੂੰ ਇਹ ਨਹੀਂ ਆ ਰਿਹਾ ਵੀ ਤੁਹਾਨੂੰ ਡਾਕਟਰ ਸਾਹਿਬ ਕਵਾਂਗੇ ਤੇ ਮੇਰੇ ਹਾਣ ਪ੍ਰਾਣ ਨੇ ਤੁਸੀਂ ਕਿ ਤੁਹਾਡਾ ਨਾਮ ਲੈ ਕੇ ਬੁਲਾਵਾਂ ਮੈਂ ਥੋੜਾ ਜਿੱਦਾਂ ਮਰਜ਼ੀ ਬੁਲਾ ਸਕਦੇ, ਜਿੱਦਾਂ ਮਰਜ਼ੀ ਬੁਲਾ ਸਕਦੇ। ਸੋ ਹਾਂਜੀ, ਸੋ ਸੰਦੀਪ ਪੜ੍ਹਾਈ ਤੱਕ ਠੀਕ ਸੀਗਾ ਤੇ ਬਿਲਕੁਲ ਵੱਖਰਾ ਜੀ ਲਾਈਨ ਹੈਗੀ ਹੈ ਟੀਚਿੰਗ। 1.5 ਦਹਾਕਾ ਤੁਹਾਨੂੰ ਪੜਾਉਂਦਿਆਂ ਨੂੰ ਹੋ ਗਿਆ। ਫਿਰ ਇੱਕਦਮ ਇਹ ਕੀ ਕਹੀਏ ਵੀ ਰਾਜਨੀਤੀ ਵੱਲ ਇੱਕਦਮ ਨਹੀਂ ਜੀ, ਪਿਤਾ ਦੀ ਵਿਰਾਸਤ ਸੰਭਾਲਣੀ ਅੱਗੇ? ਨਹੀਂ, ਇਹ ਇੱਕਦਮ ਨਹੀਂ ਹੈਗਾ। ਖੈਰ ਜੇ ਵਿਰਾਸਤ ਵਾਲੀ ਗੱਲ ਹੁੰਦੀ ਤਾਂ ਸ਼ਾਇਦ ਬਹੁਤ ਪਹਿਲਾਂ ਆ ਗਈ ਹੁੰਦੀ। ਕਈ ਵਾਰ ਇਨਸਾਨ ਦੇ ਜਾਂ ਫਿਰ ਭਰਾ ਵੀ ਤੁਰ ਸਕਦਾ ਸੀ ਉਸ ਲਾਈਨ ਵੱਲ। ਛੋਟਾ ਤੁਹਾਡੇ ਤੋਂ? ਕਿੰਨਾ ਕੁ ਛੋਟਾ ਹੈ? ਮੇਰੇ ਤੋਂ 3 ਸਾਲ ਛੋਟਾ। ਠੀਕ ਹੈ। ਵਕੀਲ ਹੈ, ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਪ੍ਰੈਕਟਿਸ ਕਰਦਾ ਗੁਰਤੇਜ ਸਿੰਘ। ਅੱਛਾ। ਪਿਛਲੇ 11-12 ਸਾਲ ਤੋਂ ਪ੍ਰੈਕਟਿਸ ਕਰ ਰਿਹਾ। ਠੀਕ ਹੈ। ਸੋ ਵਿਰਾਸਤ ਤਾਂ ਜੀ ਮੇਰਾ ਖਿਆਲ ਹੈ ਬੜੇ ਅਮੀਰ ਲੋਕਾਂ ਦੀ ਹੁੰਦੀ ਹੈ। ਅਸੀਂ ਤਾਂ ਬੜੇ ਸਧਾਰਨ ਜਿਹੇ ਲੋਕ ਆ। ਨੌਕਰੀਆਂ ਮਿਲ ਗਈਆਂ ਉਹਦੇ 'ਚ ਬੜੇ ਰਾਜੀ ਸੀ। ਕੜੂਆ ਸਾਹਿਬ ਨੇ ਲੋਕਾਂ ਦੀ ਵਿਰਾਸਤ ਤਾਂ ਕਾਇਮ ਕੀਤੀ ਹੈ ਨਾ ਆਪਣੇ ਨਾਲ? ਲੋਕਾਂ ਦੀ ਕੀਤੀ ਹੈ ਜੀ। ਅਸੀਂ ਸਿਰਫ ਲੋਕ ਕਮਾਏ ਆ। ਜਿਹੜੇ ਲੋਕ ਮੇਰੇ ਪਿਤਾ ਜੀ ਨੂੰ ਜਾਣਦੇ ਨੇ ਉਹ ਇਸ ਗੱਲ ਤੋਂ ਬਖੂਬੀ ਵਾਕਿਫ ਨੇ ਕਿ ਕੋਈ ਇਹ ਨਹੀਂ ਕਹਿ ਸਕਦਾ ਵੀ ਮੰਤਰੀ ਜੀ ਨੇ ਆਪਣਾ ਕੰਮ ਕਰਾਉਣ ਦਾ ਮੇਰੇ ਤੋਂ ਇੱਕ ਚਾਹ ਦਾ ਕੱਪ ਵੀ ਪੀਤਾ ਹੋਵੇ। ਠੀਕ ਹੈ। ਇਹ ਸਾਡੀ ਵਿਰਾਸਤ ਹੈ। ਮਤਲਬ ਇਹ ਪਹਿਚਾਣ ਹਰਨੇਕ ਸਿੰਘ ਉਹਨਾਂ ਦੀ ਕਹਿ ਲਈਏ ਆਪਾਂ। ਉਹਨਾਂ ਦੀ ਹੈ ਤੇ ਉਹਨਾਂ ਦਾ ਖੂਨ ਸਾਡੇ ਅੰਦਰ ਹੈ ਤਾਂ ਅਸੀਂ ਵੀ ਕਿਤੇ ਨਾ ਕਿਤੇ ਉਹਨਾਂ ਹੀ ਭਾਵਨਾਵਾਂ ਦੇ ਨਾਲ ਕੰਮ ਕੀਤਾ। ਮੈਂ ਜਦੋਂ ਖਾਲਸਾ ਕਾਲਜ ਚ ਆਈ ਜੀ, ਮੈਂ ਐਜ਼ ਅ ਐਚਓਡੀ ਜੁਆਇਨ ਕੀਤਾ ਤਾਂ ਪ੍ਰੋਫੈਸ਼ਨ ਚ ਬੜੇ ਸਮੇਂ ਤੋਂ ਕਈ ਚੀਜ਼ਾਂ ਸੀਗੀਆਂ ਜਿਹੜੀਆਂ ਬੜੇ ਮੁੱਦੇ ਸੀ ਸਾਡੇ ਟੀਚਰਸ ਦੇ, ਜਿਹੜੇ ਹੱਲ ਨਹੀਂ ਸੀ ਹੋ ਰਹੇ ਬਹੁਤ ਸਾਲਾਂ ਤੋਂ। ਜਿਵੇਂ ਕਿ ਇੱਕ ਛੋਟੇ ਜਿਹੇ ਮੁੱਦੇ ਦੀ ਗੱਲ ਕਰਦੇ ਹਾਂ ਕਿ ਪੂਰੇ ਹਿੰਦੁਸਤਾਨ 'ਚ ਪੇ ਕਮਿਸ਼ਨ ਆਉਂਦਾ, 7ਵਾਂ ਪੇ ਕਮਿਸ਼ਨ ਲਾਗੂ ਹੁੰਦਾ। ਬਿਲਕੁਲ ਠੀਕ ਹੈ। ਸਿਰਫ ਇੱਕ ਚੰਡੀਗੜ੍ਹ ਪੂਰੇ ਹਿੰਦੁਸਤਾਨ 'ਚ ਇੱਕ ਸਿਰਫ ਚੰਡੀਗੜ੍ਹ ਬਚ ਗਿਆ ਜਿਹਦੇ 'ਚ ਕਿ ਹੁਣ ਤੱਕ ਲਾਗੂ ਨਹੀਂ ਸੀ ਹੋਇਆ। ਸਾਨੂੰ 2-3 ਮਹੀਨੇ ਪਹਿਲਾਂ ਜਿਹੜਾ ਹੈਗਾ ਉਹ ਪੇ ਕਮਿਸ਼ਨ ਮਿਲਿਆ। ਜਦ ਕਿ ਇੰਡੀਆ ਦੀ ਗੱਲ ਕਰੀਏ ਤਾਂ ਅਗਲਾ ਪੇ ਕਮਿਸ਼ਨ ਆਉਣ ਨੂੰ ਤਿਆਰ ਹੈ। ਅਸੀਂ 5ਵੇਂ ਪੇ ਕਮਿਸ਼ਨ ਤੇ ਕੰਮ ਕਰ ਰਹੇ ਸੀ। ਸੋ ਬਹੁਤ ਕੁਝ ਸੀਗਾ, ਬਹੁਤ ਚੀਜ਼ਾਂ ਸੀਗੀਆਂ ਜਿਹੜੀਆਂ ਉਲਝੀਆਂ ਹੋਈਆਂ ਸੀ। ਗੁੰਝਲਦਾਰ, ਇਨਕਰੀਮੈਂਟ ਨਹੀਂ ਮਿਲ ਰਹੇ, ਪ੍ਰਮੋਸ਼ਨ ਤਾਣਾ ਬਹੁਤ ਉਲਝਿਆ ਹੋਇਆ ਜੀ। ਫਿਰ ਦਿਲ ਕੀਤਾ ਕਿ ਵੀ ਜੇ ਪ੍ਰਮਾਤਮਾ ਨੇ ਆਪਾਂ ਨੂੰ ਥੋੜਾ ਜਿਹਾ ਸਮਰੱਥ ਬਣਾਇਆ ਵੀ ਚਲੋ ਪੈਸੇ ਪੱਖੋਂ ਤਾਂ ਨਹੀਂ ਕਹਿ ਸਕਦੇ ਪਰ ਪੋਲੀਟੀਕਲੀ ਕਨੈਕਸ਼ਨਸ ਆ ਵੀ ਇਹਨਾਂ ਲੋਕਾਚਾਰੀ ਆਪਾਂ ਕਹਿ ਲਈਏ, ਲੋਕਾਚਾਰੀ ਕਹੀਏ ਵੀ ਲੋਕਾਂ ਦੀ ਭਲਾਈ ਲਈ ਆਪਾਂ ਨੂੰ ਜੇ ਆਪਾਂ ਕਿਸੇ ਨੂੰ ਜਾਣਦੇ ਆ ਆਪਾਂ ਨੂੰ ਇਹਨਾਂ ਨੂੰ ਇਸਤੇਮਾਲ ਕਰਨਾ ਬਣਦਾ ਵੀ ਜੇ ਕਿਸੇ ਦਾ ਭਲਾ ਹੋ ਜੇ। ਬਿਲਕੁਲ ਠੀਕ ਹੈ। ਇਸ ਨਾਤੇ ਜੀ ਮੈਂ ਚੰਡੀਗੜ੍ਹ ਦੀ ਐਡਿਡ ਕਾਲਜਸ ਟੀਚਰਸ ਐਸੋਸੀਏਸ਼ਨ ਚ ਚਲੋ ਮੈਂਬਰ ਤਾਂ ਹਮੇਸ਼ਾ ਤੋਂ ਰਹੀ ਲੇਕਿਨ ਫਿਰ ਮੈਂ ਐਜ਼ ਅ ਵਾਈਸ ਪ੍ਰੈਜ਼ੀਡੈਂਟ ਉਹਦੇ ਨਾਲ ਜ਼ਿੰਮੇਵਾਰੀ ਵੱਧ ਗਈ ਜੀ। ਫਿਰ ਉਹਦੇ ਲਈ ਕੰਮ ਕਰਨਾ ਸ਼ੁਰੂ ਕੀਤਾ ਜੀ। ਹੰਗਰ ਸਟ੍ਰਾਈਕਾਂ ਹੋਈਆਂ, ਧਰਨੇ ਹੋਏ, ਜਲੂਸ ਹੋਏ। ਸੋ ਉਹ ਸਾਰਾ ਐਜੀਟੇਸ਼ਨ ਹੈ ਜਿਹੜਾ ਮੈਂ ਬਹੁਤ ਅੱਗੇ ਵੱਧ ਕੇ ਲੀਡ ਕੀਤਾ। ਉਹ ਵੀ ਗੱਲ ਕਰਾਂ ਜੇ ਸੰਦੀਪ ਤੁਹਾਡੇ ਨਾਲ ਤਾਂ ਉਹ ਤਾਂ ਚਲੋ ਤੁਹਾਡਾ ਆਪਣਾ ਪੇਸ਼ਾ ਹੋ ਗਿਆ, ਤੁਹਾਨੂੰ ਆਪਣੇ ਪੇਸ਼ੇ ਦੀ ਦਿੱਕਤਾਂ ਲੱਗਦੀਆਂ ਸੀ। ਫਿਰ ਇਹ ਲੋਕਾਂ ਤਾਂ ਹੀ ਕਿੱਦਾਂ ਹੁਣ? ਲੋਕਾਂ ਤਾਂ ਹੀ ਇਦਾਂ ਹੋਇਆ ਜੀ ਜਦੋਂ ਪੇਸ਼ੇ ਦੇ ਵਿੱਚ ਦਿੱਕਤਾਂ ਦੇਖੀਆਂ ਨਾ ਫਿਰ ਉਹਦੇ ਚ ਕੀ ਹੋਇਆ ਐਜੀਟੇਸ਼ਨ ਚ ਬਹੁਤ ਸਾਰੇ ਲੋਕ ਸਾਨੂੰ ਸਪੋਰਟ ਕਰਨ ਆ ਗਏ, ਬਹੁਤ ਸਾਰੀਆਂ ਧਿਰਾਂ। ਤਾਂ ਲੱਗਿਆ ਕਿ ਜੀ ਅਸੀਂ ਇਕੱਲੇ ਹੀ ਨਹੀਂ ਰੋਂਦੇ, ਇਹ ਤਾਂ ਮਤਲਬ ਸਾਰਾ ਚੰਡੀਗੜ੍ਹ ਹੀ ਰੋ ਰਿਹਾ। ਮਸਲੇ ਤਾਂ ਬਹੁਤ ਸਾਰੇ ਨੇ। ਬਿਲਕੁਲ ਠੀਕ ਹੈ। ਫਿਰ ਜਦੋਂ ਇਹ ਭਾਵਨਾਵਾਂ ਬੰਦੇ ਦੇ ਅੰਦਰ ਆ ਜਾਣ ਫਿਰ ਬੰਦੇ ਦਾ ਨਾ ਦਾਇਰਾ ਸੋਚਣ ਦਾ ਬਹੁਤ ਚੌੜਾ ਹੋ ਜਾਂਦਾ। ਫਿਰ ਇੱਕ ਕਈ ਚਿਣਕ ਤਾਂ ਪਿਓ ਵੱਲੋਂ ਲੱਗੀ ਹੋਈ ਸੀ। ਹਾਂ ਲੱਗੀ ਹੋਈ ਸੀ। ਉਹ ਤਾਂ ਕਈ ਚੀਜ਼ਾਂ ਤਾਂ ਜਿਹੜੀ ਲਾਟ ਪਲ ਰਹੀ ਸੀ ਉਹ ਵਧਣ ਲੱਗ ਗਈ। ਫਿਰ ਕੁਝ ਐਦਾਂ ਦੇ ਅਹਿਸਾਸ ਆਏ ਕਿ ਸਮਾਜ ਲਈ ਕੁਝ ਕਰਨਾ ਬਣਦਾ।
ਸੋ ਚੀਜ਼ਾਂ ਦੇਖੀਆਂ, ਇੱਧਰ ਉੱਧਰ ਨਜ਼ਰ ਦੌੜਾਈ ਤਾਂ ਮਸਲੇ ਬਹੁਤ ਸਾਰੇ ਨੇ ਜਿਨ੍ਹਾਂ ਨੂੰ ਸ਼ਾਇਦ ਅੱਜ ਮੈਂ ਹਲੇ ਛੋਣਾ ਨਹੀਂ ਚਾਹਾਂਗੀ, ਕਿਉਂਕਿ ਅੱਜ ਮੈਂ ਹਲੇ ਕਿਸੇ ਸਿਚੁਏਸ਼ਨ 'ਚ ਨਹੀਂ ਹੈਗੀ, ਕਿਸੇ ਪੋਜੀਸ਼ਨ 'ਚ ਨਹੀਂ ਹੈਗੀ ਵੀ ਮੈਂ ਉਹਨਾਂ ਤੇ ਗੱਲ ਕਰਾਂ, ਤੇ ਮੇਰਾ ਗੱਲ ਕਰਨਾ ਬਣਦਾ ਨਹੀਂ। ਜੇ ਸਭ ਦਾ ਸਾਥ ਹੋਊਗਾ, ਸਹਿਯੋਗ ਹੋਊਗਾ, ਆਪਾਂ ਕਿਸੇ ਪੋਜੀਸ਼ਨ ਤੇ ਆਏ, ਤਾਂ ਮੈਂ ਤਾਂ ਚੰਡੀਗੜ੍ਹ ਨਾਲ ਇਹ ਵਾਅਦਾ ਕਰ ਸਕਦੀ ਹਾਂ ਕਿ ਮੈਂ ਚੰਡੀਗੜ੍ਹ ਦੀ ਬੇਟੀ ਹਾਂ, ਚੰਡੀਗੜ੍ਹ ਮੇਰਾ ਤੇ ਮੈਂ ਚੰਡੀਗੜ੍ਹ ਦੀ ਹਾਂ, ਤੇ ਜੋ ਚੰਡੀਗੜ੍ਹ ਦੇ ਹਾਲਾਤ ਮੈਂ ਸਮਝ ਸਕਦੀ ਹਾਂ ਚੰਡੀਗੜ੍ਹ ਦੇ ਇੱਕ ਆਮ ਵਸਨੀਕ ਦੇ ਨਾਤੇ, ਜਿਹੜਾ ਬੰਦਾ ਬਹੁਤ ਵੱਡੀਆਂ ਰਿਹਾਇਸ਼ਾਂ 'ਚ ਰਹਿੰਦਾ, ਜਿਹਨੂੰ ਬਹੁਤ ਅਜ਼ਾਇਸ਼ਾਂ ਰਹੀਆਂ ਜ਼ਿੰਦਗੀ 'ਚ, ਉਹਨੂੰ ਸ਼ਾਇਦ ਮਸਲੇ ਨਹੀਂ ਸਮਝ ਆਉਂਦੇ ਨਾਰਮਲ ਕਲਾਸ ਦੇ, ਮਿਡਲ ਕਲਾਸ ਦੇ, ਮੱਧ ਵਰਗੀ ਪਰਿਵਾਰਾਂ ਦੇ ਆਪਾਂ ਕਹੀਏ, ਜਾਂ ਬੀਪੀਐਲ ਦੇ ਕਹਿ ਦਈਏ, ਬੀਪੀਐਲ ਦੇ ਕਹਿ ਦਈਏ। ਪਰ ਜਿਹੜਾ ਪਰਿਵਾਰ ਲੋਕਾਂ 'ਚ ਵਿਚਰਿਆ, ਸਾਡਾ ਪਿਛੋਕੜ ਵੀ ਇਦਾਂ ਦਾ ਰਿਹਾ, ਪਿਤਾ ਜੀ ਕਰਕੇ ਸਾਰਾ। ਜਨਮ ਤੁਹਾਡਾ ਘੜੂਏ ਦਾ ਚੰਡੀਗੜ੍ਹ ਦਾ? ਮੈਂ ਜੀ ਘੜੂਏ ਦੀ ਹੈਗੀ ਆ। ਜੰਮੇ ਉੱਥੇ ਹੋ? ਨਹੀਂ, ਇੱਥੇ ਜੰਮੀ ਆ ਜੀ, ਇੱਥੇ ਹੀ ਪੈਦਾਇਸ਼ ਚੰਡੀਗੜ੍ਹ ਦੀ ਹੈ? ਹਾਂਜੀ, ਇੱਥੇ ਹੀ ਵੱਡੀ ਹੋਈ, ਇੱਥੇ ਹੀ ਪਿੰਡ ਸਾਡਾ ਘੜੂਆ। ਮੈਨੂੰ ਤਾਂ ਬਚਪਨ ਤੋਂ ਇੱਥੇ? ਬਚਪਨ ਤੋਂ ਇੱਥੇ ਆ ਜੀ, ਇਹਨਾਂ ਹੀ ਗਲੀਆਂ 'ਚ ਖੇਡ ਕੇ ਵੱਡੇ ਹੋਏ, ਇਹਨਾਂ ਹੀ ਗਲੀਆਂ ਦਾ ਪਤਾ ਜੀ ਕਿੱਥੇ ਕਿਹੜੀ ਚੀਜ਼ ਕਦੋਂ ਮਿਲਦੀ ਸੀ। ਚੰਡੀਗੜ੍ਹ ਨੂੰ ਬਹੁਤ ਖਾਲੀ ਵੀ ਦੇਖਿਆ, ਜਦੋਂ ਮਤਲਬ ਅਸੀਂ ਸਕੂਟਰਾਂ ਤੇ ਸਾਰੀ ਉਮਰ ਪੜ੍ਹਾਈਆਂ ਕੀਤੀਆਂ, ਬਹੁਤ ਜ਼ਿੰਦਗੀ 'ਚ ਸੰਘਰਸ਼ ਕੀਤਾ, ਬੜੇ ਔਖੇ ਸਮੇਂ ਦੇਖੇ, ਤੇ ਹੁਣ ਹੱਦੋਂ ਵੱਧ ਭਰਿਆ ਪਿਆ। ਹੁਣ ਹੱਦੋਂ ਵੱਧ ਭਰਿਆ ਪਿਆ। ਉਹ ਚੰਡੀਗੜ੍ਹ ਵੀ ਦੇਖ ਰਹੇ ਆ ਵੀ ਇੱਕ ਬੱਤੀ ਤੇ ਖੜ ਕੇ 5 ਵਾਰ 'ਚ ਸਾਡੀ ਵਾਰੀ ਨਹੀਂ ਆਉਂਦੀ। ਬਿਲਕੁਲ ਠੀਕ ਹੈ, ਦਿੱਲੀ ਵਾਲਾ ਕੰਮ ਹੋ ਰਿਹਾ। ਦਿੱਲੀ ਵਾਲਾ ਕੰਮ ਹੋ ਰਿਹਾ ਜੀ। ਮਸਲੇ ਬਹੁਤ ਨੇ, ਚੀਜ਼ਾਂ ਵੱਧਦੀਆਂ ਜਾ ਰਹੀਆਂ ਨੇ, ਐਡਮਿਨਿਸਟ੍ਰੇਸ਼ਨ ਦੀ ਜਿਹੜੀ ਰਿਸਪੌਂਸਿਵਨੈਸ ਹੈ ਉਹ ਜ਼ੀਰੋ ਹੈ ਲੋਕਾਂ ਦੇ ਪ੍ਰਤੀ। ਇੱਕ ਵਾਰ ਫਿਰ ਉੱਥੇ ਆ ਰਿਹਾ, ਫਿਰ ਇੱਕਦਮ ਤੁਸੀਂ ਹੁਣ ਚੰਗੀ ਭਲੀ ਨੌਕਰੀ ਚੱਲ ਰਹੀ ਹੈ, ਸੇਵਾਵਾਂ ਦੇ ਰਹੇ ਹੋ, ਇੱਕਦਮ ਮਨ 'ਚ ਆ ਗਿਆ ਯਾਰ ਚੱਲ ਹੁਣ ਇਲੈਕਸ਼ਨ ਲੜ ਲਈਏ ਐਤਕੀ? ਨਹੀਂ ਜੀ, ਦੇਖੋ ਕੰਮ ਕਰਦੀ ਨੂੰ। ਜਾਂ ਕਿੰਨੇ ਸਾਲ ਤੋਂ, 2 4 5 ਸਾਲ ਤੋਂ ਪਲੈਨਿੰਗ ਕੀਤੀ? ਨਹੀਂ, ਪਲੈਨਿੰਗ ਕੋਈ ਨਹੀਂ, ਇਹ ਸਿਰਫ ਲੋਕ ਸੇਵਾ ਹੈ। ਭਾਵਨਾ ਇੱਕ ਅੰਦਰ ਜਾਗ ਗਈ, ਕੰਮ ਕਰਦੇ ਉਹ ਭਾਵਨਾ ਇੰਨੀ ਉਗਰ ਹੋ ਗਈ ਨਾ। ਜਦੋਂ ਮੈਂ ਯੂਨੀਅਨ 'ਚ ਵੀ ਕੰਮ ਕੀਤਾ, ਮਤਲਬ ਮੈਂ ਵਾਹਿਗੁਰੂ ਤੋਂ ਡਰ ਕੇ ਕਹਿਨੀ ਆ ਵੀ ਜੋ ਵੀ ਖਰਚਾ ਮੇਰਾ ਲੱਗਿਆ, ਹਾਲਾਂਕਿ ਮੇਰੀ ਯੂਨੀਅਨ ਬਹੁਤ ਅੱਛੇ ਨੇ, ਸਾਰੇ ਕਹਿੰਦੇ ਰਹੇ ਵੀ ਅਸੀਂ ਕੰਟਰੀਬਿਊਟ ਕਰਾਂਗੇ, ਨਹੀਂ ਜਿੰਨੀ ਕੁ ਸਮਰੱਥਾ ਹੈਗੀ ਆ ਵੀ ਇਹ ਨਹੀਂ ਮੇਰੇ ਤੋਂ ਹੋਣਾ। ਜੇ ਮੈਂ ਲੋਕ ਭਾਵਨਾ ਲਈ ਕੰਮ ਕਰ ਰਹੀ ਆ, ਜਿੱਥੇ ਜਾ ਰਹੀ ਆ ਰਹੀ ਆ, ਮੈਂ ਤੁਹਾਨੂੰ ਕਹਾਂ ਮੈਨੂੰ 1000 ਰੁਪਏ ਦਾ ਮੇਰਾ ਖਰਚਾ ਵਾਪਸ ਕਰ ਦਿਓ, ਇਹ ਮੇਰੇ ਤੋਂ ਨਹੀਂ ਹੋਣਾ ਹੈ, ਨਹੀਂ ਹੋਣਾ ਹੈ। ਸੋ ਉਹ ਭਾਵਨਾਵਾਂ ਹੌਲੀ ਇੱਕ ਵਰਗ ਨੂੰ ਦੇਖਿਆ, ਦੂਜੇ ਨੂੰ ਦੇਖਿਆ, ਟੀਚਿੰਗ ਨੂੰ ਦੇਖ, ਨਾਨ ਟੀਚਿੰਗ ਨੂੰ ਦੇਖ, ਹੋਰਾਂ ਨੂੰ ਦੇਖ ਕੇ ਇੰਨੀ ਉਗਰ ਹੋ ਗਈ ਹੈ ਨਾ ਵੀ ਚੰਡੀਗੜ੍ਹ ਨੂੰ, ਮੈਨੂੰ ਇਹ ਲੱਗਦਾ ਕਿ ਚੰਡੀਗੜ੍ਹ ਨੂੰ ਅੱਜ ਲੋੜ ਹੈ ਕਿ ਜਿਹੜਾ ਚੰਡੀਗੜ੍ਹ ਦਾ ਹੋਵੇ, ਚੰਡੀਗੜ੍ਹ ਲਈ ਇੰਨਾ ਕੁ ਮਰਨਾ ਮਿਟਣਾ ਜਾਣਦਾ ਹੋਵੇ, ਜਿਹਦੇ ਅੰਦਰ ਇਹ ਭਾਵਨਾ ਹੋਵੇ ਕਿ ਮੈਂ ਚੰਡੀਗੜ੍ਹ ਲਈ 24 ਘੰਟੇ ਕੰਮ ਕਰਨਾ, ਜਿਹਦਾ ਉਦੇਸ਼ ਪੋਲਿਟਿਕਸ ਕਰਨਾ ਨਾ ਹੋ ਕੇ ਲੋਕਾਂ ਲਈ ਕੰਮ ਕਰਨਾ ਹੋਵੇ, ਲੋਕਾਂ ਨਾਲ ਜੁੜਨਾ ਹੋਵੇ। ਜਿਹੜੀ ਦੌੜ 'ਚ ਤੁਸੀਂ ਭੱਜਣ ਦੀ ਤਿਆਰੀ ਕੀਤੀ ਹੈ ਹਨਾ, ਇਹ ਜ਼ਰੂਰੀ ਨਹੀਂ ਹੁੰਦਾ ਕਿ ਬੰਦਾ ਇਸ ਦੌੜ 'ਚ ਪਹਿਲੇ ਨੰਬਰ 'ਤੇ ਆਵੇ, ਭੱਜਣਾ ਮਾਇਨੇ ਰੱਖਦਾ ਹੈ ਹਨਾ। ਪਹਿਲਾਂ ਤਾਂ ਇਹੀ ਚੀਜ਼ ਆਪਾਂ ਗੱਲ ਕਰੀਏ। ਬਚਪਨ 'ਚ ਕਹਿ ਲਓ ਤੁਸੀਂ ਆਪਣੀ ਪੈਦਾਇਸ਼ ਤੋਂ ਘਰ 'ਚ ਸਿਆਸਤ ਦੇਖੀ, ਪਿਤਾ ਜੀ ਬਤੌਰ ਵਿਧਾਇਕ ਵਿਚਰੇ, ਸਰਕਾਰ 'ਚ ਵਜ਼ੀਰੀ ਵੀ ਉਹਨਾਂ ਨੇ ਕੀਤੀ ਹੋਈ ਹੈ, ਤੇ ਸੰਸਦ ਦੀ ਜ਼ਿੰਮੇਵਾਰੀ ਬਹੁਤ ਵੱਡੀ ਹੁੰਦੀ ਹੈ। ਆਪਣੀ ਕੌਂਸਟੀਚੁਐਂਸੀ ਤਾਂ ਉਹ ਜ਼ਿੰਮੇਵਾਰ ਹੈ ਹੀ ਹੈ, ਸੂਬੇ ਲਈ ਵੀ ਹੁੰਦਾ ਆਪਣੇ। ਕੀ ਸਮਝਦੇ ਹੋ ਪੰਜਾਬ ਦੇ ਵਿੱਚ ਵੀ, ਜੇ ਉਸੇ ਟਾਈਮ ਤੋਂ ਗੱਲ ਕਰੀਏ ਜਦੋਂ ਪਿਤਾ ਜੀ ਵੀ ਵਜ਼ੀਰ ਸੀ, ਹਰਚੰਦ ਸਿੰਘ ਬਰਾੜ ਮੁੱਖ ਮੰਤਰੀ ਰਹੇ, ਸ਼ਾਇਦ 96 97 ਦੀ ਆਪਾਂ ਗੱਲ ਕਰੀਏ, ਉਸ ਟਾਈਮ ਸੀਗਾ, ਪੰਜਾਬ ਨੂੰ ਕਿਸ ਨਜ਼ਰ ਨਾਲ ਦੇਖਦੇ ਹੋ? ਕਿੰਨਾ ਕੁ ਤਰੱਕੀ ਹੋਈ, ਕਿੰਨਾ ਕੁ ਅੱਗੇ ਵਧਿਆ? ਤੁਹਾਡੇ ਪੇਸ਼ੇ ਦੀ ਗੱਲ ਕਰੀਏ, ਡਾਕਟਰਾਂ ਦੀਆਂ ਜਾਂ ਪ੍ਰੋਫੈਸਰਾਂ ਦੀਆਂ, ਤੁਹਾਡੀਆਂ ਡਾਕਟਰੇਟ ਦੀ ਕਿੰਨੀ ਕੁ ਸੁਣੀ ਜਾਂਦੀ ਹੈ? ਦੇਖੋ ਜੀ, ਪੰਜਾਬ ਤੇ ਕੋਈ ਟਿੱਪਣੀ ਕਰਨਾ ਬਣਦਾ ਨਹੀਂ। ਧੀ ਤਾਂ ਹੋ ਪੰਜਾਬ ਦੀ, ਤੁਹਾਡਾ ਸੂਬਾ ਤਾਂ ਹੈ। ਮੇਰਾ ਸੂਬਾ ਹੈ, ਤੇ ਇਨਕਾਰ ਨਹੀਂ ਕਰ ਸਕਦੇ ਤੁਸੀਂ? ਨਹੀਂ, ਮੈਂ ਇਨਕਾਰ ਨਹੀਂ ਕਰ ਸਕਦੀ ਜੀ, ਪਰ ਮੈਨੂੰ ਇਹ ਲੱਗਦਾ ਕਿ ਪੰਜਾਬ ਦਾ ਜਿਹੜਾ ਯੂਥ ਹੈ ਇਸ ਟਾਈਮ, ਪੰਜਾਬ ਦਾ ਜਿਹੜਾ ਯੂਥ ਹੈ ਉਹ ਡਾਇਰੈਕਸ਼ਨਲੈਸ ਹੋ ਚੁੱਕਿਆ। ਜਿਹੜਾ ਪੰਜਾਬ ਖਾਲੀ ਹੁੰਦਾ ਜਾ ਰਿਹਾ ਹੈ, ਕਿਉਂ ਖਾਲੀ ਹੁੰਦਾ ਜਾ ਰਿਹਾ? ਕਿਉਂ ਸਾਰਾ ਬੱਚਾ ਜਿਹੜਾ ਹੈਗਾ, ਮੇਰੇ ਕੋਲ ਬੱਚੇ ਰੋਜ਼ ਆਉਂਦੇ ਆ, ਮੈਡਮ ਸਾਡੀ LOR ਲਿਖ ਦਿਓ, ਆਪਾਂ ਕਿਸੇ ਨੂੰ ਜਵਾਬ ਨਹੀਂ ਦੇਈਦਾ, ਜਿੱਥੇ ਜਿਹੜੇ ਬੱਚੇ ਦੇ ਕੰਮ ਆ ਸਕੀਏ ਬਿਲਕੁਲ ਆਈਦਾ। ਲੇਕਿਨ ਸਾਨੂੰ LORਾਂ ਲੈ ਕੇ ਅਸੀਂ ਕੈਨੇਡਾ ਚੱਲੇ, ਕੈਨੇਡਾ ਭਰਤਾ ਸੀ, ਅੱਜ ਉੱਥੇ ਬੱਚਿਆਂ ਨੂੰ ਕੰਮ ਨਹੀਂ ਮਿਲ ਰਿਹਾ। ਕਿਉਂ ਖਾਲੀ ਹੁੰਦਾ ਜਾ ਰਿਹਾ? ਕਿਉਂ ਅਸੀਂ ਆਪਣੇ ਖਿੱਤੇ ਤੋਂ ਅੱਡ ਹੁੰਦੇ ਜਾ ਰਹੇ ਹਾਂ? ਕਿਉਂ ਸਾਨੂੰ ਸ਼ਰਮ ਆਉਂਦੀ ਹੈ ਵੀ ਅਸੀਂ ਪੜ੍ਹ ਲਿਖ ਕੇ, ਜੇ ਆਪਣਾ ਜ਼ਮੀਨ ਆਪਣੇ ਕੋਲ ਕੋਈ 2 ਕਿੱਲੇ 4 ਕਿੱਲੇ, ਆਪਾਂ ਖੇਤੀ ਕਿਉਂ ਨਹੀਂ ਕਰਨਾ ਚਾਹੁੰਦੇ? ਆਪਣੀਆਂ ਸਾਰੀਆਂ ਪੁਸ਼ਤਾਂ ਪਿੱਛੇ ਜਦੋਂ ਦੇ ਵੀ ਆਪਾਂ ਇਸ ਸੂਬੇ 'ਚ ਵਸ ਰਹੇ ਹਾਂ, ਖੇਤੀ ਕਰਦੇ ਆਏ ਹਾਂ। ਜੇ ਹੋਰ ਕੋਈ ਕੰਮ ਨਹੀਂ ਸਾਡੇ ਕੋਲ, ਖੇਤੀ ਦਾ ਕੰਮ ਤਾਂ ਹੈ, ਕਿਉਂ ਨਹੀਂ ਕਰਨਾ ਚਾਹੁੰਦੇ? ਕਿਉਂ ਸਾਨੂੰ ਸੰਗ ਆਉਂਦੀ ਹੈ ਕਿ ਅਸੀਂ ਛੋਟੇ ਕੰਮਾਂ ਨੂੰ ਛੋਟਾ ਗਿਣ ਰਹੇ ਹਾਂ, ਤੇ ਖੇਤੀ ਜਿਹੜਾ ਕਿ ਕਿਸਾਨੀ ਦਾ ਕੰਮ ਹੈ, ਸਾਰੀ ਦੁਨੀਆ ਨੂੰ ਅਸੀਂ ਅਨਾਜ ਦਿੰਦੇ ਹਾਂ। ਪੰਜਾਬ ਉਹ ਸੂਬਾ ਸੀ ਜਿਹਨੇ ਪੂਰੇ ਹਿੰਦੁਸਤਾਨ ਨੂੰ ਕਦੇ ਖਿਲਾਇਆ, ਤੇ ਅਸੀਂ ਉਸ ਤੋਂ ਸ਼ਰਮਾਉਣ ਕਿਉਂ ਲੱਗ ਗਏ? BA ਦੀ ਡਿਗਰੀ ਆਉਣ ਨਾਲ, MA ਦੀ ਡਿਗਰੀ ਆਉਣ ਨਾਲ ਕੀ ਸਾਨੂੰ ਮਤਲਬ ਕੋਈ ਲਹਿਦੇ ਖੰਭ ਲੱਗ ਗਏ? ਕੀ ਹੋ ਗਿਆ? ਕਿਉਂ ਅਸੀਂ ਆਪਣੇ ਸੂਬੇ ਨੂੰ ਛੱਡ ਕੇ, ਫਿਰ ਤੁਸੀਂ ਪਿੰਡਾਂ ਵੱਲ ਝਾਤ ਮਾਰੋ, ਬਜ਼ੁਰਗ ਬੈਠੇ ਨੇ ਇਕੱਲੇ, ਬਿਲਕੁਲ ਠੀਕ ਹੈ ਨਾ, ਉਹ ਦੇਖਦੇ ਆ, ਬਾਵਾ ਕਰਦੇ ਆ, ਘਰ ਬਾਵਾ ਕਰਦੇ ਆ ਜੀ। ਪਿੰਡਾਂ 'ਚ ਜਾਓ, ਅੱਜ ਪਿੰਡਾਂ 'ਚ ਜਾ ਕੇ ਜਿਹੜੀ ਪਿੰਡਾਂ ਦੀ ਰੌਣਕ ਸੀ, ਪਹਿਲਾਂ ਪਿੰਡ ਜਾਈਦਾ ਸੀ, ਐਡਾ ਜੀ ਲੱਗਦਾ ਸੀ, ਨਿਆਣੇ ਗਲੀਆਂ 'ਚ ਦੌੜੇ ਫਿਰਦੇ ਆ, ਭੱਜੇ ਫਿਰਦੇ ਆ। ਅੱਜ ਤੁਸੀਂ ਜਾਓ, ਤੁਸੀਂ ਕੁੰਡਾ ਖੜਕਾਓ, 2 ਮਿੰਟ ਕੋਈ ਕੁੰਡਾ ਖੋਲਣ ਨਹੀਂ ਆਉਂਦਾ, ਕਿਉਂਕਿ ਬੈਠੇ ਮੰਜਿਆਂ ਡਾਈ ਬਜ਼ੁਰਗ ਕੋਈ ਹੈ ਹੀ ਨਹੀਂ, ਪੰਜਾਬ ਖਾਲੀ ਹੋ ਗਿਆ। ਦੂਜੀ ਡਾਇਰੈਕਸ਼ਨਲੈਸ ਦੀ ਗੱਲ ਕਰੀਏ ਅਸੀਂ, ਸਾਡੇ ਗੁਰੂ ਸਾਹਿਬਾਨ ਸਾਨੂੰ ਇੱਕ ਸੇਧ ਦੇ ਕੇ ਗਏ ਕਿ ਤੁਸੀਂ ਪੰਜਾਬ ਹੋ, ਸਾਨੂੰ ਸਿੰਘ ਸਜਾਇਆ, ਤੇ ਸਾਡੇ 'ਚ ਨਸ਼ੇ ਕਿੱਥੋਂ ਆ ਕੇ ਵੜ ਗਏ?
ਚੰਡੀਗੜ੍ਹ ਵੀ ਉਸ ਤੋਂ ਵੱਖਰਾ ਨਹੀਂ ਹੈ, ਚੰਡੀਗੜ੍ਹ 'ਚ ਵੀ ਨਸ਼ਾ ਹੈਗਾ। ਦੇਖੋ ਜੀ ਚੰਡੀਗੜ੍ਹ ਵੱਖਰਾ ਰਹਿ ਕਾਲਜਾਂ 'ਚ ਦਿਖਦਾ ਹੀ ਹੈ। ਉਹ ਚੰਡੀਗੜ੍ਹ ਵੱਖਰਾ ਰਹਿ ਕਿਵੇਂ ਸਕਦਾ? ਚੰਡੀਗੜ੍ਹ ਦੀ ਜੂ ਪੰਜਾਬ ਨੂੰ ਟੱਚ ਕਰਦੀ ਹੈ, ਚੰਡੀਗੜ੍ਹ ਕੋਈ ਅਲੱਗ ਤਾਂ ਵਸਿਆ ਨਹੀਂ ਹੋਇਆ, ਉੱਥੇ ਹੀ ਵਸਿਆ ਹੋਇਆ ਤੇ ਇੱਥੇ ਲੋਕ ਵੀ ਉੱਥੇ ਦੇ ਹੀ ਵਸੇ ਹੋਏ ਆ, ਪੰਜਾਬ ਦੇ ਆ, ਹਰਿਆਣੇ ਦੇ ਆ, ਇਹੀ ਚੀਜ਼ਾਂ। ਔਰ ਕਾਲਜਾਂ 'ਚ ਆਪਾਂ ਦੇਖਦੇ ਵੀ ਆ, ਈਵਨ ਕਿ ਕੁੜੀਆਂ ਵੀ ਮਾਰਚ ਹੈਗੀਆਂ ਨੇ। ਇਹ ਜਿਹੜੀਆਂ ਡਾਇਰੈਕਸ਼ਨ ਨਹੀਂ ਨਾ ਬੱਚਿਆਂ ਨੂੰ ਮਿਲ ਰਹੀ, ਸੇਧ ਨਹੀਂ ਮਿਲ ਰਹੀ ਕੋਈ, ਜਦ ਤੱਕ ਆਪਾਂ ਸਿੱਧੇ ਨਹੀਂ ਸੋਚਾਂਗੇ ਵੀ ਮੈਂ ਜ਼ਿੰਦਗੀ 'ਚ ਆਹ ਕਰਨਾ, ਜਿਵੇਂ ਤੁਸੀਂ ਮੇਰੇ ਤੋਂ ਵਾਰ-ਵਾਰ ਸਵਾਲ ਪੁੱਛ ਰਹੇ ਹੋ, ਮੈਂ ਆਪਣੀ ਜ਼ਿੰਦਗੀ ਦਾ ਮਕਸਦ ਬਣਾ ਲਿਆ ਵੀ ਮੈਂ ਲੋਕਾਂ ਦੀ ਸੇਵਾ ਕਰਨੀ ਆ, ਹੁਣ ਨਹੀਂ, ਅੱਗੇ ਅੱਗੇ ਨਹੀਂ, ਅੱਗੇ ਕਦੇ ਤਾਂ ਪਰਮਾਤਮਾ ਇਸ ਯੋਗ ਬਣਾ ਹੀ ਦਊਗਾ ਨਾ ਵੀ ਕਦੇ ਅਸੀਂ ਲੋਕਾਂ ਦੀ ਸੇਵਾ ਸ਼ੁਰੂਆਤ ਤਾਂ ਕਰੀਏ। ਜਦੋਂ ਆਪਾਂ ਡਾਇਰੈਕਸ਼ਨ ਫੜ ਲਈਏ, ਜ਼ਿੰਦਗੀ ਦੀ ਕੋਈ ਸੇਧ ਕੱਢ ਲਈਏ, ਫਿਰ ਬੰਦਾ ਚੱਲਦਾ ਸਿੱਧਾ। ਜਦੋਂ ਬੱਚਿਆਂ ਕੋਲ ਡਾਇਰੈਕਸ਼ਨ ਨਹੀਂ ਹੈਗੀ, ਫਿਰ ਉਹ ਇੱਧਰ ਵੀ ਮੁੜੂਗਾ, ਉਹ ਇੱਧਰ ਵੀ ਮੁੜੂਗਾ, ਉਹਨੂੰ ਜਿੱਧਰ ਨੂੰ ਜੀ ਕਰੂਗਾ। ਲੀਹੋਂ ਲੱਥੀ ਗੱਡੀ ਵਾਲੀ ਗੱਲ ਹੈ। ਲੱਥੀ ਗੱਡੀ ਹੈ। ਸੋ ਇਹ ਪੰਜਾਬ ਦੇ ਹਾਲਾਤ ਨੇ ਜੀ। ਸਾਡਾ ਬੜਾ ਪਿਆਰਾ ਸੂਬਾ ਹੈ, ਕਈ ਵਾਰ ਮਨ ਬੜਾ ਉਦਾਸ ਹੁੰਦਾ ਦੇਖ ਕੇ। ਔਰ ਸਾਡੇ ਖਿੱਤੇ ਦੀ ਗੱਲ ਕਰੀਏ, ਪੰਜਾਬ ਸਰਕਾਰ ਨੇ ਸਾਡੇ ਖਿੱਤੇ ਨੂੰ ਛੱਡੋ, ਸਾਰਿਆਂ ਲਈ ਜਿੰਨੇ ਵੀ ਪੰਜਾਬ ਦੀ ਭਰਤੀ ਹੈ, ਇਦਾਂ ਦੇ ਕਾਨੂੰਨ ਬਣਾਤੇ ਕਿ 3-3 ਸਾਲ ਦਾ ਪ੍ਰੋਬੇਸ਼ਨ ਹੈ ਜੀ, ਬੇਸਿਕ ਸੈਲਰੀ ਮਿਲਦੀ ਹੈ। ਦੱਸੋ ਬੇਸਿਕ ਸੈਲਰੀ ਤੇ ਬੰਦਾ 15,600 ਇੱਕ ਟੀਚਰ ਦੀ ਬੇਸਿਕ ਹੈ ਉੱਥੇ, ਉਹਦੇ ਚੋਂ ਥੋੜਾ ਜਿਹਾ ਪੀਐਫ ਕੱਟ ਕੇ ਕੋਈ 13,000 ਹੱਥ ਚ ਆਉਂਦਾ। ਜਿਹਨੇ ਐਡੀਆਂ ਵੱਡੀਆਂ ਡਿਗਰੀਆਂ ਕਰ ਲੀਆਂ, ਤੁਸੀਂ ਕਹਿੰਦੇ ਹੋ ਵੀ ਪੀਐਚਡੀ ਵੀ ਕਰਕੇ ਆਵੇ, ਯੂਜੀਸੀ ਵੀ ਕਲੀਅਰ ਕਰਕੇ ਆਵੇ, ਇੰਨਾ ਪੜ੍ਹ ਲਿਖ ਕੇ 13,000 ਦੀ ਸੈਲਰੀ, ਮਤਲਬ ਕਿੱਥੇ ਲਿਆ ਕੇ 400 ਰੁਪਏ ਦਿਹਾੜੀ ਵੀ ਨਾ ਬੈਠੀ, ਕਿੱਥੇ ਲਿਆ ਕੇ ਖੜੇ ਕਰਤੇ। ਬਿਲਕੁਲ ਠੀਕ ਹੈ, ਹੈਨਾ। ਸੋ ਆਪਣੇ ਜਿਹੜਾ ਨੌਕਰੀ 'ਚ ਆਇਆ ਹੈ ਬੰਦਾ, ਕੋਈ ਵੀ ਆ, ਉਹਨੇ ਵੀ ਆਪਣੇ ਬੱਚੇ ਪਾਲਣੇ ਆ। ਬਿਲਕੁਲ ਠੀਕ ਹੈ। ਥੋੜਾ ਜਿਹਾ ਤਾਂ ਲਿਹਾਜ਼ ਕਰ ਲਓ ਬੰਦੇ ਨੂੰ, ਇੰਨਾ ਕੁ ਤਾਂ ਦੇ ਦਿਓ ਵੀ ਆਪਣੇ ਨਿਆਣੇ ਪਾਲ ਸਕੇ, ਆਪਣਾ ਟੱਬਰ। ਅੱਛਾ, ਇਹ ਤੁਹਾਡਾ ਜਿਹੜਾ ਲਾਈਨ ਹੈਗੀ ਹੈ ਡਾਕਟਰਾਂ ਦੀ, ਡਾਕਟਰੇਟ ਹੋ ਗਈ, ਪ੍ਰੋਫੈਸਰ ਵਾਲੀ ਹੋ ਗਈ, ਨੰਬਰ ਹੀ ਦੇ ਸਕਦੇ ਆ ਸਟੂਡੈਂਟ ਨੂੰ। ਮਾਨ ਸਰਕਾਰ ਨੂੰ ਕਿੰਨੇ ਕ ਨੰਬਰ ਦਿੰਦੇ ਹੋ? ਮੈਂ ਇਹਦੇ ਬਾਰੇ ਨਹੀਂ, ਤੁਹਾਡੇ ਸਾਹਮਣੇ ਪਾਰਟੀ ਜੰਮੀ ਹੈ। ਖੈਰ ਤੁਸੀਂ ਵੋਟ ਤਾਂ ਭਾਵੇਂ ਤੁਹਾਡੀ ਚੰਡੀਗੜ੍ਹ ਦੀ ਆ, ਪਰ ਉਹੀ ਹੈ ਕਿ ਪੰਜਾਬ ਤੇ ਚੰਡੀਗੜ੍ਹ ਕਦੀ ਵੱਖ ਨਹੀਂ ਹੋ ਸਕਦੇ। ਉਹ 10 ਚੋਂ 2 ਤਾਂ ਸੀ। ਨਹੀਂ ਜੀ, ਮੈਂ ਇਹਦੇ ਤੇ ਕੋਈ ਟਿੱਪਣੀ ਕਰਨੀ ਨਹੀਂ ਚਾਹੂੰਗੀ। ਮੈਂ ਸਿਰਫ ਥੋੜੇ ਬਹੁਤ ਦੇਖ ਕੇ ਦੱਸੋ ਵੀ ਫੇਲ ਕਰਦੇ ਹੋ, 50% ਦਿੰਦੇ ਹੋ, ਕਿੰਨੇ ਕ ਦਿੰਦੇ ਹੋ? ਕੋਈ ਟਿੱਪਣੀ ਨਹੀਂ, ਮੈਂ ਸਿਰਫ ਮਾਨ ਸਾਹਿਬ ਨੂੰ ਬੇਨਤੀ ਕਰਨੀ ਚਾਹੂੰਗੀ ਕਿ ਲੋਕਾਂ ਦੀਆਂ, ਚਲੋ ਅੱਛਾ, ਕੈਪਟਨ ਸਰਕਾਰ ਤੇ ਬਾਦਲ ਸਰਕਾਰ ਦਾ ਦੇ ਦਿਓ ਨੰਬਰ। ਮੈਂ ਕਿਸੇ ਨੂੰ ਨਹੀਂ ਦੇਣੇ। ਨਹੀਂ ਦੇਣੇ ਤਾਂ ਬਣਦੇ ਹੈ, ਬਿਲਕੁਲ ਨਹੀਂ ਦੇਣੇ ਕਿਸੇ ਨੂੰ, ਨਾ ਬਿਲਕੁਲ ਨਹੀਂ ਦੇਣੇ ਕਿਸੇ ਨੂੰ। ਜਦੋਂ ਆਪਣਾ ਟੀਚਾ ਕੋਈ ਹੋਰ ਹੋਵੇ, ਆਪਾਂ ਇਦਾਂ ਦੀਆਂ ਗੱਲਾਂ ਕਰਦੇ ਸ਼ੋਭਦੇ ਨਹੀਂ। ਚਲੋ ਠੀਕ ਹੈ। ਅੱਛਾ, ਚੰਡੀਗੜ੍ਹ ਦੀ ਗੱਲ ਕਰਾਂ, ਤੁਸੀਂ ਪਵਨ ਬੰਸਲ ਨੂੰ ਵੀ ਦੇਖਿਆ ਹੋਣਾ ਬਤੌਰ ਸੰਸਦ, ਭਾਜਪਾ ਵਾਲੇ ਸਤਪਾਲ ਜੈਨ ਨੂੰ ਵੀ ਦੇਖਿਆ ਹੋਣਾ। ਹੁਣ ਵੀ ਚਲੋ ਭਾਜਪਾ ਦੇ ਹੱਥ 'ਚ ਹੀ ਹੈਗੀ ਹੈ ਸੀਟ, 2 ਸਾਲਾਂ ਤੋਂ ਦੂਜੀ ਟਰਮ ਲਗਾਤਾਰ ਚੱਲ ਰਹੀ ਹੈ 10 ਸਾਲਾਂ ਤੋਂ। ਇਹਨਾਂ ਦੀ ਪਰਫਾਰਮੈਂਸ, ਇਹਨਾਂ ਨੇ ਕੋਈ ਲੋਕ ਹਿੱਤ 'ਚ, ਲੋਕ ਸੇਵਾ 'ਚ ਕੀਤਾ ਕੁਝ? ਮੈਂ ਤਾਂ ਜੀ ਕਿਸੇ ਦੀ, ਮੈਂ ਤਿੰਨਾਂ ਦੇ ਨਾਮ ਲੈ ਰਿਹਾ, ਕਿਰਨ ਖੇਰ ਦਾ, ਪਵਨ ਬੰਸਲ ਦਾ, ਸਤਪਾਲ ਜੈਨ ਦਾ। ਮੈਂ ਤਾਂ ਸਿਰਫ ਆਪਣੀ ਗੱਲ ਕਰ ਸਕਦੀ ਵੋਟ ਤਾਂ ਪਾਈ ਹੋਣੀ ਚੰਡੀਗੜ੍ਹ 'ਚ? ਅੱਜ ਚੰਡੀਗੜ੍ਹ ਤੁਸੀਂ ਪਾਈ ਹੋਣੀ ਨਾ ਵੋਟ ਆਪਣੀ, ਇਹਨਾਂ ਤਿੰਨਾਂ 'ਚੋਂ ਹੀ ਕਿਸੇ ਨੂੰ ਪਾਈ ਹੋਣੀ। ਮੈਂ ਆਪਣੀ ਗੱਲ ਜਾਂ ਕਹਾਂ ਵੀ ਕਾਂਗਰਸੀ ਪਰਿਵਾਰ ਨਾਲ ਜੁੜੇ ਰਹੇ ਪਿਤਾ ਜੀ ਨੇ, ਕਾਂਗਰਸ ਨੂੰ ਪਾਉਂਦੇ ਸੀ ਹਮੇਸ਼ਾ। ਮੈਂ ਆਪਣੀ ਗੱਲ ਕਰਦੀ ਹਾਂ ਕਿ ਚੰਡੀਗੜ੍ਹ ਨੂੰ ਲੋੜ ਹੈ ਜੀ ਯੂਥ એનર્ਜੀ ਦੀ, ਜਿਹੜਾ 24 ਘੰਟੇ ਚੰਡੀਗੜ੍ਹ ਲਈ ਕੰਮ ਕਰ ਸਕੇ। ਚੰਡੀਗੜ੍ਹ ਨੂੰ ਲੋਕ ਹੈ ਇੱਕ ਪੜ੍ਹੇ ਲਿਖੇ ਨੁਮਾਇੰਦੇ ਦੀ, ਜਿਹਨੂੰ ਇਹ ਸਮਝ ਹੋਵੇ ਕਿ ਇਹ ਕਾਨੂੰਨ ਕੀ ਕਹਿੰਦੇ ਆ ਤੇ ਕੀ ਲਾਗੂ ਹੋਣਾ ਜ਼ਰੂਰੀ ਹੈ ਤੇ ਕੀ ਹੋਣਾ ਚਾਹੀਦਾ ਤੇ ਕੀ ਨਹੀਂ ਹੋ ਰਿਹਾ। ਜਦ ਤੱਕ ਪੜ੍ਹਿਆ ਲਿਖਿਆ ਨਹੀਂ ਹੋਏਗਾ। ਪਰ ਇੱਕ ਸੰਦੀਪ ਮੇਰੇ ਜ਼ਿਹਨ 'ਚ ਗੱਲ ਆ ਗਈ, ਚੰਡੀਗੜ੍ਹ ਦੀ ਤਰਾਸਦੀ ਇਹ ਹੈ, ਦੁੱਖ ਇਹ ਹੈ ਚੰਡੀਗੜ੍ਹ ਲਈ ਵੀ ਕੋਈ ਵੀ ਜਿਹੜਾ ਆਂਦਾ, ਭਾਵੇਂ ਚੰਡੀਗੜ੍ਹੋਂ ਪੰਜਾਬ ਤੋਂ ਆਇਆ, ਹਰਿਆਣਾ ਤੋਂ ਆਇਆ, ਹਿਮਾਚਲ ਤੋਂ ਆਇਆ, ਇੱਥੇ ਦਾ ਜੱਦੀ ਪੁਸ਼ਤੀ ਕੋਈ ਨਹੀਂ ਹੈਗਾ। ਕਿਉਂਕਿ 68-70 'ਚ ਵਸਣਾ ਸ਼ੁਰੂ ਹੋਇਆ ਸੀ ਮੋਹਾਲੀ ਦੇ ਨੇੜੇ ਤੇੜੇ ਜਾ ਕੇ। ਇਹ ਬਾਹਰੋਂ ਆਂਦਾ, ਵਧੀਆ ਇੰਸਟੀਚਿਊਟ ਨੇ, ਕਹਿੰਦਾ ਵਧੀਆ ਸਿੱਖਿਆ ਮਿਲ ਜੂਗੀ, ਵਧੀਆ ਬੱਚਾ ਪੜ੍ਹ ਲਿਖ ਜਾਏਗਾ। ਹਰ ਮਾਪੇ ਸੋਚ ਕੇ ਆਉਂਦੇ ਨੇ, ਮੁੜ ਕੇ ਜਿਹਦਾ ਜਿੱਥੇ ਵਾਹ ਲੱਗਿਆ, ਕੋਈ ਦਿੱਲੀ ਵੱਲ ਚੱਲ ਗਿਆ, ਕੋਈ 7 ਸਮੁੰਦਰ ਪਾਰ ਚੱਲ ਗਿਆ, ਆਪਣਾ ਨਹੀਂ ਕੋਈ ਨਹੀਂ ਸਮਝ ਰਿਹਾ। ਇਹੀ ਦਾ ਦੁੱਖ ਨਹੀਂ ਹੈ, ਤਰਾਸਦੀ ਨਹੀਂ ਹੈ? ਮੈਨੂੰ ਫਿਰ ਇਸੇ ਕਰਕੇ ਤਾਂ ਤਕਲੀਫ ਲੱਗੀ ਨਾ। ਮੈਂ ਆਪਣਾ, ਜੇ ਤੁਸੀਂ ਮੇਰਾ ਦੇਖੋ ਫੇਸਬੁੱਕ ਜਾਂ ਜੋ ਵੀ ਚੀਜ਼ ਦੇਖੋ, ਮੈਂ ਆਪਣੇ ਆਪ ਨੂੰ ਦੇਖੋ ਚੰਡੀਗੜ੍ਹ ਦੀ ਧੀ ਕਹਿ ਰਹੀ ਹਾਂ। ਚੰਡੀਗੜ੍ਹ ਦੀ ਤਰਾਸਦੀ ਇਹੀ ਹੈ, ਅਸੀਂ ਸਾਰੀ ਉਮਰ ਤਾਂ ਚੰਡੀਗੜ੍ਹ 'ਚ ਰਹੇ, ਅਸੀਂ ਚੰਡੀਗੜ੍ਹ ਦਾ ਖਾਦਾ, ਕਿਉਂ ਚੰਡੀਗੜ੍ਹ ਸਾਡਾ ਨਹੀਂ ਤੇ ਕਿਉਂ ਅਸੀਂ ਚੰਡੀਗੜ੍ਹ ਦੇ ਨਹੀਂ? ਕਿਉਂ ਫਿਰ ਅਸੀਂ ਮੁੜ ਕੇ ਪੰਜਾਬ ਦੇ ਆ, ਕੋਈ ਹਰਿਆਣੇ ਦਾ, ਕੋਈ ਹਿਮਾਚਲ ਦਾ? ਬਿਲਕੁਲ ਠੀਕ ਹੈ। ਬਿਲਕੁਲ ਅਸੀਂ ਆਪਣੀਆਂ ਜੜ੍ਹਾਂ ਕਿਸੇ ਨੂੰ ਨਹੀਂ ਭੁੱਲਣੀਆਂ ਚਾਹੀਦੀਆਂ ਜਿੱਥੋਂ ਉੱਠ ਕੇ ਆਏ ਹਾਂ। ਲੇਕਿਨ ਜਿਸ ਸ਼ਹਿਰ ਨੇ ਸਾਨੂੰ ਇੰਨਾ ਕੁਝ ਦਿੱਤਾ, ਅਸੀਂ ਇੱਥੇ ਜੰਮੇ, ਅਸੀਂ ਇੱਥੇ ਪੜ੍ਹੇ, ਅਸੀਂ ਇੱਥੇ ਪਰਮਾਤਮਾ ਨੇ ਸਾਨੂੰ ਸਕੂਲਾਂ 'ਚ ਰੋਜ਼ਗਾਰ ਵੀ ਦਿੱਤਾ, ਅਸੀਂ ਪੜ੍ਹੇ ਲਿਖੇ, ਸਾਨੂੰ ਇਸ ਲਾਇਕ ਬਣਾਇਆ ਕਿ ਅਸੀਂ ਅੱਜ ਆਪਣੇ ਨਿਆਣੇ ਪਾਲ ਰਹੇ ਹਾਂ, ਕਮਾ ਰਹੇ ਹਾਂ, ਖਾ ਰਹੇ ਹਾਂ, ਤੇ ਕਿਉਂ ਚੰਡੀਗੜ੍ਹ ਦੀ ਨਹੀਂ? ਮੈਂ ਚੰਡੀਗੜ੍ਹ ਦੀ। ਸੋ ਮੈਂ ਜੋ ਆਪਣੀ ਸ਼ਖਸੀਅਤ ਦੀ ਗੱਲ ਕਰਾਂ, ਜੇ ਮੈਨੂੰ ਲੋਕੀ ਸਪੋਰਟ ਕਰਦੇ ਨੇ, ਜੇ ਮੈਂ ਅੱਗੇ ਆਉਣੀ ਆ, ਮੈਂ ਇਹ ਕਹਿ ਸਕਦੀ ਹਾਂ ਜੀ ਅੱਜ ਚੰਡੀਗੜ੍ਹ ਨੂੰ ਲੋੜ ਹੈ ਜਿਹੜਾ ਚੰਡੀਗੜ੍ਹ ਲਈ 24 ਘੰਟੇ ਕੰਮ ਕਰ ਸਕੇ, ਜਿਹਦੇ 'ਚ એનર્ਜੀ ਇੰਨੀ ਕੁ ਹੋਵੇ, ਨੌਜਵਾਨ ਪੀੜ੍ਹੀ, ਪੜ੍ਹਿਆ ਲਿਖਿਆ ਕੈਂਡੀਡੇਟ। ਬਿਲਕੁਲ ਠੀਕ ਹੈ। ਠੀਕ ਹੈ, ਉਹਦੇ ਅੰਦਰ ਇੰਨਾ ਕਿ ਐਂਥੂਸੀਆਜ਼ਮ ਹੋਣਾ ਚਾਹੀਦਾ, ਉਹਦੇ 'ਚ ਇੰਨੀ ਕੁ ਹਿੰਮਤ ਹੋਣੀ ਚਾਹੀਦੀ ਹੈ ਕਿ ਰਾਤ ਨੂੰ 10 ਵਜੇ ਕਿਸੇ ਦਾ ਫੋਨ ਆਉਂਦਾ ਤਾਂ ਉਹ ਇਹ ਨਹੀਂ ਕਹਿੰਦਾ ਕਿ ਮੇਰਾ ਦਿਨ ਤਾਂ ਬਹੁਤ ਲੰਬਾ ਸੀ ਜੀ, ਮੈਂ ਤਾਂ ਥੱਕ ਗਿਆ, ਹੁਣ ਕੱਲ ਦੇਖਾਂਗੇ। ਲਲਕ ਚਾਹੀਦੀ ਹੈ, ਤੁਸੀਂ ਲਲਕ ਚਾਹੀਦੀ ਹੈ, ਅੰਦਰ ਇੱਕ ਅੱਗ ਹੋਣੀ ਚਾਹੀਦੀ ਹੈ, ਇੱਕ ਭੰਬੜ ਬਲਣਾ ਚਾਹੀਦਾ ਕਿ ਮੈਂ ਆਪਣੇ ਸ਼ਹਿਰ ਲਈ ਕੁਝ ਕਰਨਾ। ਅੱਛਾ, ਚੰਡੀਗੜ੍ਹ ਮੇਰਾ। ਇਹ ਦੌੜ 'ਚ ਕੋਈ ਪਾਰਟੀ ਦਾ ਸਾਥ ਮੰਗਦੇ ਹੋ, ਇਕੱਲੇ ਭੱਜੋਗੇ ਜਾਂ ਕੁਝ ਕਿੱਦਾਂ? ਹਾਲੇ ਕੁਝ ਨਹੀਂ ਜੀ, ਇਹਨਾਂ ਗੱਲਾਂ ਲਈ ਹਲੇ ਬਹੁਤ ਨਹੀਂ, ਮੀਟਿੰਗਾਂ ਤਾਂ ਸ਼ੁਰੂ ਕਰਤੀਆਂ ਹੁਣ ਤੁਸੀਂ, ਜਨ ਸੰਪਰਕ ਤਾਂ ਤੁਸੀਂ ਲੋਕਾਂ 'ਚ ਤਾਂ ਵਿਚਰ ਰਹੇ ਹੋ, ਤੁਹਾਨੂੰ ਤਾਂ ਆਪਣੇ ਵਿਚਾਰ ਦੱਸਣੇ ਮੇਰਾ ਹੱਕ ਬਣਦਾ ਨਾ ਜੀ। ਅੱਛਾ ਜੀ, ਵੈਸੇ ਫਿਰ ਵੀ ਕੀ ਲੱਗਦਾ? ਉਹ ਸਮਾਂ ਖੋਲੇਗਾ, ਕਈ ਭੇਦ ਸਮੇਂ ਲਈ ਛੱਡ ਦੇਣੇ ਚਾਹੀਦੇ ਆ। ਅੱਛਾ, ਹਾਂ, ਮੈਨੂੰ ਤਾਂ ਲੱਗਦਾ ਜਿੱਦਾਂ ਹੁਣ ਫਾਦਰ ਸਾਹਿਬ ਦਾ ਪਿਛੋਕੜ ਹੈਗਾ,
ਤੇ ਮੈਂ ਜਿੱਦਾਂ ਹੁਣ ਮਨੀਸ਼ ਤਿਵਾਰੀ ਦਾ ਨਾਮ ਲਿਆ ਜਾਂ ਮਨੀਸ਼ ਬੰਸਲ ਦਾ ਲਿਆ, ਤੇ ਹੁਣ ਸੰਦੀਪ ਸੰਧੂ ਦਾ ਵੀ ਸ਼ਾਇਦ ਆ ਜਾਊਗਾ ਵੀ ਕਾਂਗਰਸ 'ਚ ਕਿਹਨੂੰ ਮਿਲਣੀ ਚਾਹੀਦੀ ਟਿਕਟ। ਸਮੇਂ ਬਹੁਤ ਵੱਡੀ ਚੀਜ਼ ਕਿਉਂਕਿ ਜੜਾਂ ਜਿਹੜੀਆਂ ਹਰਨੇਕ ਸਿੰਘ ਜੀ ਦੀਆਂ ਉਹ ਵੀ ਛੋਟੀਆਂ ਨਹੀਂ, ਬਹੁਤ ਲੰਬੀਆਂ ਹੈਗੀਆਂ ਨੇ, ਦਿੱਲੀ ਤੱਕ ਤਾਂ ਮਾਰ ਕਰਦੀਆਂ ਨੇ। ਕਈ ਗੱਲਾਂ ਸਮੇਂ ਦੀ ਕੁੱਖ 'ਚ ਪਈਆਂ ਰਹਿਣ ਤਾਂ ਉਹ ਬਿਹਤਰ ਨੇ, ਉਹ ਆਉਣ ਵਾਲਾ ਸਮਾਂ ਦੱਸੇਗਾ, ਉਹਦੇ ਤੇ ਆਪਾਂ ਬਾਅਦ 'ਚ ਗੱਲ। ਅੱਛਾ, ਹੁਣ ਲੋਕਾਂ 'ਚ ਵਿਚਰਨਾ ਸ਼ੁਰੂ ਕੀਤਾ, ਕਿੱਦਾਂ ਦਾ ਲੋਕਾਂ ਦਾ ਉਹ ਪਿਆਰ ਹੈ? ਬਹੁਤ ਵਧੀਆ ਰਿਸਪੌਂਸ ਹੈ ਜੀ ਲੋਕਾਂ 'ਚ। ਮੈਂ ਤਾਂ ਜਿੱਥੇ ਜਾਂਦੀ ਹਾਂ ਐਡਾ ਮਤਲਬ ਖੁੱਲੀਆਂ ਬਾਹਾਂ ਨਾਲ ਇੰਨਾ ਨਿੱਘ ਮੈਨੂੰ ਮਹਿਸੂਸ ਹੁੰਦਾ ਹੈ, ਤੇ ਹਰ ਕੋਈ ਕਹਿੰਦਾ ਵੀ ਜੇ ਪੜ੍ਹਿਆ ਲਿਖਿਆ ਬੱਚਾ ਸਾਡਾ ਅੱਗੇ ਆ ਜਾਏ, ਪੜ੍ਹਿਆ ਲਿਖਿਆ ਬੰਦਾ ਅੱਗੇ ਆ ਜਾਏ, ਤੇ ਚੰਡੀਗੜ੍ਹ ਦੀ ਜੂਨ ਹੀ ਬਦਲ ਜੂਗੀ। ਜਿਹਦੀ ਵਿਜ਼ਨ ਸਿਰਫ ਚੰਡੀਗੜ੍ਹ ਹੋਏ, ਜਿਹੜਾ ਨਾ ਪੰਜਾਬੀ ਹੈ, ਨਾ ਹਿੰਦੀ ਹੈ, ਨਾ ਹਰਿਆਣਵੀ ਹੈ, ਨਾ ਹਿਮਾਚਲੀ ਹੈ। ਮੈਂ ਚੰਡੀਗੜ੍ਹ ਦੀ ਧੀ ਹਾਂ ਜੀ। ਆਪਣਾ ਛੁੱਟੀਆਂ ਲੈਣ ਦੀ ਤਿਆਰੀ ਕਰ ਲਈ ਹੁਣ ਕਾਲਜ ਤੋਂ? ਲੈ ਦੀ ਸਾਰੇ ਕੰਮ ਕਰਾਂਗੇ ਜੀ, ਸਾਰੇ ਕੰਮ ਕਰਾਂਗੇ, ਪ੍ਰਮਾਤਮਾ ਸਮਾਂ ਲਿਆਵੇ, ਸਾਰੇ ਕੰਮ ਕਰਾਂਗੇ। ਠੀਕ ਹੈ, ਹਾਂ। ਆਗਾਜ਼ ਆਪਣੇ ਵੱਲੋਂ ਤੁਸੀਂ ਕਰਤੇ, ਕਹਿ ਲਈਏ ਆਪਾਂ, ਕਾਊਂਟਡਾਊਨ ਤਾਂ ਸ਼ੁਰੂ ਹੀ ਹੈ। ਹਾਂਜੀ, ਆਗਾਜ਼ ਆਪਣੇ ਵੱਲੋਂ ਕਰਤਾ, ਬਾਕੀ ਵਾਹਿਗੁਰੂ ਸੱਚੇ ਪਾਤਸ਼ਾਹ ਕਰਨ ਵਾਲਾ ਮਿਹਰ। ਬਿਲਕੁਲ ਠੀਕ ਹੈ। ਹਾਂਜੀ। ਸੋ ਡਾਕਟਰ ਸੰਦੀਪ ਸੰਧੂ ਨਾਲ ਇਹ ਗੱਲਬਾਤ ਚੱਲ ਰਹੀ ਸੀਗੀ, ਤੇ ਤੁਸੀਂ ਦੇਖ ਸਕਦੇ ਹੋ ਰਾਜਨੀਤਿਕ ਕਰੀਅਰ ਦਾ ਆਪਣੇ ਇਹ ਆਪਾਂ ਕਹੀਏ ਚੰਡੀਗੜ੍ਹ ਦੀ ਧੀ ਹੈ ਜਿਹੜਾ ਆਗਾਜ਼ ਕਰਨ ਜਾ ਰਹੀ ਹੈ, ਔਰ ਗੁੜਤੀ ਕਿਹਦੀ ਮਿਲੀ ਹੋਈ ਹੈ। ਤੇ ਤੁਸੀਂ ਸੋਚੋਗੇ ਹਾਂ ਬਈ ਕੁੜੀ 'ਚ ਦਮ ਤਾਂ ਹੈ, ਗੁੜਤੀ ਮਿਲੀ ਹੋਈ ਹੈ ਹਰਨੇਕ ਸਿੰਘ ਘੜੂਆਂ ਉਹਨਾਂ ਦੀ, ਪਿਤਾ ਜੀ ਨੇ ਇਹਦੇ, ਜਿਨ੍ਹਾਂ ਦੇ ਟਾਈਮ ਤੁਸੀਂ ਉਹ ਦੇਖਿਆ ਹੋਣਾ ਅੱਤਵਾਦ ਵਾਲਾ ਸਮਾਂ, ਜਦੋਂ ਉਸ ਟਾਈਮ ਇਹਨਾਂ ਨੇ ਵਜ਼ੀਰੀ ਸੰਭਾਲੀ ਸੀ, ਕੋਈ ਐਮਐਲਏ ਦੀ ਟਿਕਟ ਲੈਣ ਤੋਂ ਵੀ ਡਰਦਾ ਸੀ, ਤੇ ਬੰਦਾ ਵਜ਼ੀਰ ਬਣ ਕੇ ਪਬਲਿਕ 'ਚ ਵਿਚਰਦਾ ਫਿਰੇ। ਉਹਨਾਂ ਦਾ ਯੋਗਦਾਨ, ਜਾਂ ਹਰਚਰਨ ਸਿੰਘ ਬਰਾੜ ਜਦੋਂ ਮੁੱਖ ਮੰਤਰੀ ਸੀ ਉਸ ਟਾਈਮ ਦੀ ਕਾਰਗੁਜ਼ਾਰੀ ਸੀ। ਸੋ ਗੱਲਾਂ ਤੁਸੀਂ ਸੁਣ ਲੀਆਂ ਨੇ, ਏਜੰਡਾ ਵੀ ਤੁਸੀਂ ਦੇਖ ਲਿਆ, ਤੇ ਪਾਰਟੀ ਬਾਰੇ ਹਾਲੇ ਖੈਰ ਖੁੱਲ੍ਹ ਕੇ ਇਹਨਾਂ ਨੇ ਨਹੀਂ ਦੱਸਿਆ। ਕੋਈ ਪਾਰਟੀ ਆ ਕੇ ਇਹਨਾਂ ਨੂੰ ਆਪ ਥਾਪੜਾ ਦਿੰਦੀ ਹੈ ਵੀ ਚਲੋ ਬੀਬੀ ਅਸੀਂ ਤੁਹਾਡੇ ਨਾਲ ਆ, ਜਾਂ ਇਹ ਧੀ ਅੱਗੇ ਆਪਣੀ ਕਿਵੇਂ ਤਿਆਰੀ ਕਰਕੇ ਵਿਚਰਦੀ ਹੈ, ਇਹਦਾ ਇੰਤਜ਼ਾਰ ਰਹੇਗਾ। ਸੋ ਸੰਦੀਪ ਸਾਡੇ ਨਾਲ ਗੱਲਬਾਤ ਕੀਤੀ ਹੈ, ਬਹੁਤ ਬਹੁਤ ਧੰਨਵਾਦ। ਬਹੁਤ ਧੰਨਵਾਦ, ਸ਼ੁਕਰੀਆ। ਸੋ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ। ਹੁਣ ਦਿਓ ਬਲਜੀਤ ਮਰਵਾਹਾ ਨੂੰ ਇਜਾਜ਼ਤ। ਧੰਨਵਾਦ।